ਜਿੱਤ ਭਾਵੇਂ ਛੋਟੀ ਹੁੰਦੀ ਹੈ ਭਾਵੇਂ ਵੱਡੀ ਹੁੰਦੀ ਹੈ, ਪਰ ਇਹ ਨਹੀਂ ਕਿ ਆਪਦਾ ਇਹ ਜੋ ਧਰਨਾ ਲਾਇਆ ਉਹ ਧਰਨਾ ਚੱਕ ਕੇ ਆ ਗਏ ਹੁਣ। ਮਿਸਾਲ ਦੇ ਤੌਰ ਦੇ ਉੱਤੇ ਬਾਦਲ ਸਾਹਿਬ ਹੈ, ਉਹਨਾਂ ਨੇ ਪੰਜਾਬ ਨੂੰ ਬਹੁਤ ਲੁੱਟਿਆ। ਕੈਪਟਨ ਸਾਹਿਬ ਹੈ, ਇਹਨਾਂ ਦੀ ਬਾਦਲ ਸਾਹਿਬ ਨਾਲ ਸਹਿਮਤੀ ਕਰਕੇ ਇਹਨਾਂ ਨੂੰ ਆਪਾਂ ਬਰੀ ਨਹੀਂ ਕਰ ਸਕਦੇ ਕਿ ਇਹਨਾਂ ਨੇ ਨਹੀਂ ਲੁੱਟਿਆ, ਇਹ ਵੀ ਉਹਦੇ ਨਾਲ ਭਾਈਵਾਲ ਨੇ। ਕੋਈ ਨਹੀਂ, ਜਿਸ ਦਿਨ ਇਲੈਕਸ਼ਨ ਡਿਕਲੇਅਰ ਹੋਣੀ ਹੈ ਉਸੇ ਦਿਨ ਕੋਡ ਆਫ ਕੰਡਕਟ ਹੋਵੇ। 3-4 ਮਹੀਨੇ ਪਹਿਲਾਂ ਕਰਕੇ ਕਿਸੇ ਸਟੇਟ ਦਾ ਅਧਿਕਾਰ ਰੋਕ ਦੇਣਾ ਇਹ ਗਲਤ ਹੈ। ਤੁਸੀਂ ਜੁੜ ਚੁੱਕੇ ਹੋ ਟੀਵੀ ਐਨਆਰਆਈ ਦੇ ਨਾਲ ਤੇ ਮੈਂ ਹਾਂ ਇੰਦਰਜੀਤ ਸਿੰਘ ਚਾਹਲ। ਕਿਸਾਨੀ ਅੰਦੋਲਨ ਸਿਖਰਾਂ ਤੇ ਪਹੁੰਚਦਾ ਜਾ ਰਿਹਾ, ਵੱਖ-ਵੱਖ ਆਗੂਆਂ ਦਾ ਸਮਰਥਨ ਮਿਲਦਾ ਜਾ ਰਿਹਾ। ਸੰਤ ਮਹਾਂਪੁਰਸ਼ ਪਹੁੰਚੇ ਨੇ, ਕਿਸਾਨ ਤਾਂ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਨੇ, ਖਾਸ ਕਰਕੇ ਨੌਜਵਾਨ ਵਰਗ ਦਾ ਸਮਰਥਨ ਮਿਲਦਾ ਜਾ ਰਿਹਾ ਤੇ ਹੁਣ ਦੇਸ਼ ਦੇ ਹਰ ਸੂਬੇ ਚੋਂ ਇੱਥੇ ਜਿੱਥੇ ਕਿਸਾਨ ਪਹੁੰਚ ਰਹੇ ਨੇ ਉੱਥੇ ਸੰਘਰਸ਼ਸ਼ੀਲ ਨੌਜਵਾਨ ਪਹੁੰਚ ਰਹੇ ਨੇ, ਕਿਉਂਕਿ ਸੰਘਰਸ਼ਾਂ ਦੇ ਨਾਲ ਜੁੜੇ ਹੋਏ ਨੌਜਵਾਨ ਜਦੋਂ ਇੱਥੇ ਸੰਘਰਸ਼ਾਂ ਦੇ ਵਿੱਚ ਪਹੁੰਚਦੇ ਨੇ ਤਾਂ ਵੱਡਾ ਹੁਲਾਰਾ ਮਿਲਦਾ ਹੈ, ਸੰਘਰਸ਼ਾਂ ਨੂੰ ਵੱਡਾ ਬਲ ਮਿਲਦਾ ਹੈ। ਸਾਡੇ ਨਾਲ ਮਜ਼ਦੂਰ ਨੇ, ਸਾਬਕਾ ਵਿਧਾਇਕ ਨੇ ਜਲਾਲ ਸਾਹਿਬ ਤੁਸੀਂ ਪਹੁੰਚੇ ਹੋ। ਵੈਸੇ ਤਾਂ ਨਫ਼ਰਤ ਕਰਦੇ ਨੇ ਜਿਹੜੇ ਕਿਸਾਨ ਆਗੂ ਨੇ ਸਿਆਸਤਦਾਨਾਂ ਤੋਂ ਵੀ, ਉਹਨਾਂ ਨੂੰ ਆਉਣ ਨਹੀਂ ਦੇਣਾ, ਤੁਸੀਂ ਚਲੋ ਸਾਬਕਾ ਹੋ ਗਏ ਹੁਣ ਇੱਥੇ ਪਹੁੰਚੇ ਹੋ। ਨਹੀਂ ਚਹਿਲ ਸਾਹਿਬ, ਐਸੀ ਕੋਈ ਗੱਲ ਨਹੀਂ। ਸਾਡਾ ਇਹ ਸਾਂਝਾ ਸੰਘਰਸ਼ ਹੈ, ਤਕਰੀਬਨ ਸਾਰੀਆਂ ਹੀ ਪੋਲੀਟੀਕਲ ਪਾਰਟੀਆਂ ਇਸ ਦਾ ਸਹਿਯੋਗ ਦੇ ਰਹੀਆਂ। ਇਹ ਠੀਕ ਹੈ ਕਿ ਅਗਵਾਈ ਯੂਨੀਅਨ ਦੀ ਹੈ। ਜਿੱਥੋਂ ਤੱਕ ਤੁਹਾਡਾ ਹੁਕਮ ਆਇਆ ਸੀ ਕਿ ਅਸੀਂ ਮਿਲਣਾ ਚਾਹੁੰਦੇ ਹਾਂ, ਮੈਂ ਤੁਹਾਡਾ ਇੰਤਜ਼ਾਰ ਕੀਤਾ ਹੈ, ਵੈਲਕਮ। ਮੇਰੇ ਬਾਰੇ ਤਾਂ ਸ਼ਾਇਦ ਮੇਰੇ ਖਿਆਲ ਤੁਹਾਨੂੰ ਨਹੀਂ ਪਤਾ ਹੋਣਾ, ਕਿਉਂਕਿ ਪੰਜਾਬ ਦੇ ਵਿੱਚ ਤਾਂ ਗੱਲ ਚੱਲਦੀ ਰਹਿੰਦੀ ਹੈ। ਮੈਂ 2 ਵਾਰੀ ਪੰਜਾਬ ਵਿਧਾਨ ਸਭਾ ਦਾ ਮੈਂਬਰ ਹਾਂ। ਬੀਕਾ ਸੋਨੀ ਦੇ ਅਗੇਂਸਟ ਰਾਜ ਸਭਾ ਲੜੀ ਸੀ, ਔਰ ਉਸ ਤੋਂ ਬਿਨਾਂ ਮਰਾਰਜੀ ਦੇਸਾਈ ਨੇ ਮੈਨੂੰ ਐਗਰੀਕਲਚਰ ਪ੍ਰਾਈਸ ਕਮਿਸ਼ਨ ਦਾ ਮੈਂਬਰ ਬਣਾਇਆ ਸੀ, ਤੇ ਇੱਕ ਜਿਹੜੀਆਂ ਭਾਰਤ ਦੀਆਂ 65 ਐਗਰੀਕਲਚਰ ਯੂਨੀਵਰਸਿਟੀਆਂ ਪੂਸ਼ਾ ਇੰਸਟੀਚਿਊਟ, ਉਹਨਾਂ ਦਾ ਡਾਇਰੈਕਟਰ ਨਾਮਜ਼ਦ ਕੀਤਾ ਸੀ। ਤੇ ਮੈਂ ਹੁਣ ਮਹਿਸੂਸ ਕਰਦਾ ਹਾਂ ਕਿ ਭਾਵੇਂ ਮੈਂ ਤਕਰੀਬਨ 40 ਸਾਲ ਤੋਂ ਪੋਲੀਟਿਕਸ ਛੱਡਿਆ ਹੈ, ਪਰ ਫਿਰ ਵੀ ਆਹ ਜਿਹੜਾ ਮੌਕਾ ਹੈ ਨਾ, ਇਹ ਬੜਾ ਕਰੂਸਲ ਹੈ। ਇਸ ਦੇ ਉੱਤੇ ਤਾਂ ਹਰ ਇਨਸਾਨ ਨੂੰ, ਇਹ ਨਹੀਂ ਕਿ ਪੰਜਾਬੀ ਹੋਵੇ, ਹਿੰਦੁਸਤਾਨ ਦੇ ਹਰ ਕਿਸਾਨ ਨੂੰ ਵੀ ਕੋਈ ਨਾ ਕੋਈ ਦਖਲ ਦੇਣਾ ਚਾਹੀਦਾ ਹੈ। ਤੇ ਮੇਰਾ ਆਪ ਦਾ ਮਾਮਲਾ ਕਿ ਇਸ ਵੇਲੇ ਹੁਣ ਜਿਹੜੀ ਲੜਾਈ ਹੈ, ਜਦੋਂ ਪੰਜਾਬ ਦੇ ਵਿੱਚ ਸੰਘਰਸ਼ ਚੱਲਦਾ ਸੀ ਉਦੋਂ ਲੜਾਈ ਕਾਨੂੰਨ ਦੀ ਸੀ ਕਿ ਜਿਹੜੇ 3 ਕਾਨੂੰਨ ਬਣੇ ਨੇ ਇਹ ਠੀਕ ਨੇ ਕਿ ਗਲਤ ਨੇ, ਇਹ ਕਿਸਾਨ ਵਾਸਤੇ ਮਾਰੂ ਨੇ ਜਾਂ ਇਸ ਵਾਸਤੇ ਵਰਦਾਨ ਸਾਬਤ ਹੋ ਸਕਦੇ ਨੇ। ਕਿਉਂਕਿ ਮੋਦੀ ਸਾਹਿਬ ਕਹਿੰਦੇ ਨੇ ਕਿ ਵਰਦਾਨ ਨੇ, ਔਰ ਕਿਸਾਨ ਸਮਝਦੇ ਨੇ ਕਿ ਸਾਡੇ ਵਾਸਤੇ ਇਹ ਮੌਤ ਹੈ, ਘਾਤਕ ਨੇ। ਇਸ ਕਰਕੇ ਇਹ ਫੈਸਲਾ ਤਾਂ ਤੁਹਾਡੇ ਦੇ ਉੱਤੇ ਰਹਿ ਜਾਂਦਾ ਹੈ ਕਿ ਇਹ ਮਾਰੂ ਨੇ ਜਾਂ ਇਹ ਕੀ ਪੋਜੀਸ਼ਨ ਹੈ। ਜਿੱਥੋਂ ਤੱਕ ਅੱਜ ਦੀ ਗੱਲ ਹੈ, ਅੱਜ ਹੁਣ ਨਾ ਤਾਂ ਲੜਾਈ ਕਾਨੂੰਨ ਦੀ ਹੈ ਤੇ ਨਾ ਲੜਾਈ ਕਿਸਾਨਾਂ ਦੀ ਹੈ। ਇਸ ਵੇਲੇ ਤਾਂ ਇਹ ਦੋਹਾਂ ਧਿਰਾਂ ਦੀ ਲੜਾਈ ਬੇਕਾਰ ਦੀ ਬਣ ਗਈ। ਜਿੱਥੋਂ ਤੱਕ ਭਾਵੇਂ ਮੇਰੀ ਕੋਈ ਖਾਸ ਬੰਦਿਆਂ ਨਾਲ, ਜਿਵੇਂ ਕਹਾ ਕਿਸੇ ਜ਼ਿੰਮੇਵਾਰ ਬੰਦੇ ਨਾਲ, ਉਹ ਗੱਲ ਨਹੀਂ ਆਈ, ਪਰ ਜਿਹੜੇ ਜ਼ਿੰਮੇਵਾਰ ਬੰਦਿਆਂ ਦੇ ਨੇੜੇ ਬੰਦੇ ਹੁੰਦੇ ਆ ਉਹਨਾਂ ਤੋਂ ਆਪਾਂ ਨੂੰ ਕਨਸੋਹਾਂ ਤਕਰੀਬਨ ਮਿਲ ਜਾਂਦੀਆਂ ਨੇ। ਕੇਂਦਰ ਸਰਕਾਰ ਇਹ ਸੋਚਦੀ ਹੈ ਕਿ ਇਹ ਲੜਾਈ ਸਾਡੇ ਵਾਸਤੇ ਬੜੀ ਫਾਇਦੇਮੰਦ ਸਾਬਤ ਹੋ ਰਹੀ ਹੈ। ਜਿੰਨਾ ਸੰਘਰਸ਼ ਜ਼ਿਆਦਾ ਚੱਲੇਗਾ ਉਹਨਾਂ ਬੀਜੇਪੀ ਨੂੰ ਫਾਇਦਾ ਹੈ। ਇੱਕ ਤਾਂ ਇਹਦੇ ਵਿੱਚ ਮਿਸਾਲ ਇਹ ਦਿੱਤੀ ਜਾ ਰਹੀ ਹੈ ਕਿ ਕੇਜਰੀਵਾਲ ਸਾਹਿਬ ਨੇ ਪੰਜਾਬ ਵੀ ਆਪਣੇ ਕੋਲ ਰੱਖਿਆ ਹੈ ਤੇ ਦਿੱਲੀ ਵੀ ਉਹਨਾਂ ਦੇ ਕੋਲ ਹੈਗੀ ਹੈ। ਪੰਜਾਬ ਦੇ ਵਿੱਚ ਉਹ ਲੜਨਾ ਚਾਹੁੰਦੇ ਨੇ। ਜੇ ਉਹ ਦਿੱਲੀ ਦੀ ਕਰਦੇ ਨੇ, ਪੰਜਾਬ ਵਾਲਿਆਂ ਦਾ ਵਿਰੋਧ ਕਰਦੇ ਨੇ, ਸਹਿਯੋਗ ਨਹੀਂ ਦਿੰਦੇ, ਤਾਂ ਪੰਜਾਬ ਦੇ ਵਿੱਚ ਲੂਜ ਕਰ ਜਾਣਗੇ ਤੇ ਦਿੱਲੀ ਦੇ ਹਾਲਾਤ ਦਾ ਤੁਹਾਨੂੰ ਮੇਰੇ ਨਾਲੋਂ ਜ਼ਿਆਦਾ ਪਤਾ। ਪਰ ਜੇ ਪੰਜਾਬ ਨੂੰ ਸਹਿਯੋਗ ਦਿੰਦੇ ਨੇ, ਦਿੱਲੀ ਦੇ ਵਿੱਚ 5% ਸਿੱਖਾਂ ਦੀ ਆਬਾਦੀ ਹੈ, 10% ਮੁਹੰਮਦਾਨਾਂ ਦੀ ਆਬਾਦੀ ਹੈ, ਉਹ ਤਾਂ ਮੇਰਾ ਖਿਆਲ ਤਕਰੀਬਨ ਸਾਰੇ ਖੁਸ਼ ਹੋਣਗੇ। ਪਰ ਜਿੱਥੋਂ ਤੱਕ ਦੂਜੀ 85% ਹੈ, ਉਹ ਹੋ ਸਕਦਾ ਸਫੋਕੇਸ਼ਨ ਮਹਿਸੂਸ ਕਰਦੀ ਹੋਵੇ। ਜ਼ਿਆਦਾ ਮਹਿਸੂਸ ਤਾਂ ਨਹੀਂ ਹੋਇਆ, ਪਰ ਕੁਦਰਤੀ ਜਦੋਂ ਆਪਣੀ ਸਟੇਜਾਂ ਤੋਂ ਕਿਹਾ ਜਾ ਰਿਹਾ ਹੈ ਕਿ ਭਾਅ ਵੱਧ ਗਏ ਨੇ, ਦੁੱਧ ਦਾ ਭਾਅ 150 ਰੁਪਏ ਕਿਲੋ ਹੋ ਗਿਆ, ਤੇ ਕੁਦਰਤੀ ਗੱਲ ਸਫੋਕੇਸ਼ਨ ਥੋੜੀ ਕਰਨ ਤਾਂ ਮੰਨਣਗੇ। ਉਹਦਾ ਹੋ ਸਕਦਾ ਹੈ ਕੇਜਰੀਵਾਲ ਨੂੰ ਨੁਕਸਾਨ ਹੋਵੇ, ਪਰ ਬੀਜੇਪੀ ਵਾਲੇ ਇਹੀ ਸੋਚ ਰਹੇ ਨੇ ਕਿ ਬੀਜੇਪੀ ਦਾ ਨੁਕਸਾਨ ਹੋ ਰਿਹਾ ਔਰ ਸਾਡਾ ਇਸ 'ਚ ਫਾਇਦਾ ਹੋ ਰਿਹਾ। ਦੂਜੀ ਇੱਕ ਮਿਸਾਲ ਹੋਰ ਵੀ ਹੈ ਜਿਹੜੀ ਜ਼ਾਹਰਾ ਤੌਰ ਤੇ ਨਹੀਂ ਦਿੱਤੀ ਜਾਂਦੀ, ਦਿਮਾਗ ਦੇ ਵਿੱਚ ਰਚੀ ਹੋਈ ਹੈ। ਉਹ ਇਹ ਹੈ, ਕੋਈ ਖਾਸ ਹੈ? ਅੱਛਾ, ਉਹ ਇਹ ਹੈ ਕਿ 84 ਦੇ ਵਿੱਚ ਸਿੱਖਾਂ ਦੀ ਕਿੰਨੀ ਕਤਲਾਮ ਦਿੱਲੀ ਦੇ ਵਿੱਚ ਕੀਤੀ, ਕਾਂਗਰਸ ਨੇ ਕੀਤੀ ਜਾਂ ਕਾਂਗਰਸ ਨੇ ਕਰਵਾਈ, ਤੇ ਪੰਜਾਬ ਦੇ ਵਿੱਚ ਇਹ ਸੀ ਕਿ ਇੰਨਾ ਕਤਲਾਮ ਕਰਕੇ ਇਹਨਾਂ ਨੂੰ ਕੌਣ ਵੋਟ ਪਾਏਗਾ।
ਹਾਂ, ਪਰ ਫਿਰ ਵੀ ਜਦੋਂ ਵੋਟ ਪਈ ਉਦੋਂ ਰਾਜੀਵ ਨੂੰ ਉਨੀ ਵੋਟ ਪਈ ਜਿੰਨੀ ਪੰਡਿਤ ਨਹਿਰੂ ਨੂੰ ਕਦੇ ਨਹੀਂ ਸੀ ਪਈ। 1947 ਤੋਂ ਬਾਅਦ ਵੀ ਨਹੀਂ ਸੀ ਪਈ ਜਿਹੜੀ ਰਾਜੀਵ ਨੂੰ ਜਿੰਨੀ ਪੈ ਗਈ। ਇਹਦਾ ਮਤਲਬ ਹੈ ਕਿ ਇੱਕ ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਹੋ ਗਿਆ। ਉਹਦੇ ਲਈ ਜ਼ਿੰਮੇਵਾਰ ਕੌਣ ਹੈ? ਇਹ ਤਾਂ ਆਪਾਂ ਕੋਈ ਰਿਸਪੌਂਸਿਬਿਲਟੀ ਫਿਕਸ ਨਹੀਂ ਕਰ ਸਕਦੇ, ਪਰ ਇਹ ਸਾਫ਼ ਹੈ ਕਿ ਉਸ ਨੇ ਇਹ ਜ਼ਾਹਰ ਕਰਤਾ ਕਿ ਪੰਜਾਬੀਆਂ ਦੇ ਖਿਲਾਫ, ਸਿੱਖਾਂ ਦੇ ਖਿਲਾਫ ਇਹ ਕਿਸੇ ਤਰ੍ਹਾਂ ਦਾ ਕੋਈ ਫੋਬੀਆ ਜਾਂ ਦੂਜੇ ਲੋਕ ਮਹਿਸੂਸ ਕਰ ਰਹੇ ਨੇ। ਹੁਣ ਉਹ ਕਹਿੰਦੇ ਨੇ ਕਿ ਜੇ ਇੱਥੇ ਸਿੱਖ ਬਹੁਤ ਜ਼ਿਆਦਾ ਇਕੱਠੇ ਹੁੰਦੇ ਨੇ, ਤੜਫਦੇ ਨੇ, ਲੜਦੇ ਨੇ, ਆਪਣੀਆਂ ਮੰਗਾਂ ਲਈ ਜੂਝਦੇ ਨੇ, ਤੇ ਇਹਦਾ ਸਾਨੂੰ ਉਹ ਜਿਹੜਾ ਦੂਜਾ ਗੈਰ ਸਿੱਖ ਕਹਿ ਲਓ ਜਾਂ ਗੈਰ ਪੰਜਾਬੀ ਅਨਸਰ ਹੈ ਨਾ, ਉਹਦਾ ਬੈਨੀਫਿਟ ਹੋ ਰਿਹਾ। ਇਸ ਕਰਕੇ ਭਾਵੇਂ ਉਹ ਲਮਕਾਈ ਜਾਂਦੇ ਨੇ, ਐਵੇਂ ਡੇਟਾਂ ਪਾਈ ਜਾਂਦੇ ਨੇ, ਉਹਨਾਂ ਨੂੰ ਇੱਕ ਮੋਰਚਾ ਜਿੰਨਾ ਲਮਕੇ ਉਹਨਾਂ ਜ਼ਿਆਦਾ ਠੀਕ। ਦੂਜੇ ਪਾਸੇ ਜਿਹੜੀ ਕਿਸਾਨਾਂ ਦੀ ਗੱਲ ਹੈ, ਇੱਥੇ ਤਾਂ 32 ਕਿਸਾਨ ਯੂਨੀਅਨ ਹੈ, ਪਰ ਇਹ ਕਿਸਾਨਾਂ ਦਾ ਇਤਿਹਾਸ ਇਹ ਹੈ ਕਿ ਜੇ ਕੱਲਾ ਵੀ ਕੋਈ ਲੜਾਈ ਲੜਿਆ ਨਾ ਜੀ, ਕਦੇ ਵੀ ਹਾਰ ਕੇ ਨਹੀਂ ਆਇਆ। ਜੇ ਇਹ ਜਿੱਤ ਭਾਵੇਂ ਛੋਟੀ ਹੁੰਦੀ ਹੈ, ਭਾਵੇਂ ਵੱਡੀ ਹੁੰਦੀ ਹੈ, ਪਰ ਇਹ ਨਹੀਂ ਕਿ ਆਪਦਾ ਇਹ ਜੋ ਧਰਨਾ ਲਾਇਆ ਉਹ ਧਰਨਾ ਚੱਕ ਕੇ ਆ ਗਏ ਹੁਣ ਤੇ ਇਹ ਇਹਨਾਂ ਨੂੰ ਇਹ ਕਹਿਣਾ ਪਿਆ ਹੋਵੇ ਕਿ ਹਾਂ ਅਸੀਂ ਹਾਰ ਗਏ। ਜਲਾਲ ਸਾਹਿਬ ਵਿੱਚ ਦੋ ਸਵਾਲ ਜੁੜ ਜਾਂਦੇ ਆ। ਤੁਹਾਡਾ ਲੰਮਾ ਸਿਆਸੀ ਤਜਰਬਾ ਵਾ, ਸਵਾਲ ਦੋ ਜੁੜ ਜਾਂਦੇ ਆ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹਨੇ ਜੋ ਸੋਚਿਆ ਉਹਨੇ ਹਾਸਲ ਕੀਤਾ, ਤੇ ਦੂਜੇ ਪਾਸੇ ਪੰਜਾਬ ਆ, ਸਿੱਖ ਆ, ਕਿਸਾਨ ਆ, ਇਹਨਾਂ ਨੇ ਜੋ ਸੋਚਿਆ ਇਹਨਾਂ ਨੇ ਵੀ ਹਾਸਲ ਕੀਤਾ। ਦੋਨਾਂ ਦਾ ਇਤਿਹਾਸ ਉਦਾਂ ਦਾ, ਪਰ ਇੱਥੇ ਗੱਲ ਇਹ ਹੈ ਕਿ ਪੰਜਾਬੀਆਂ ਦਾ ਇਤਿਹਾਸ ਬਹੁਤ ਵੱਡਾ, ਬਹੁਤ ਪੁਰਾਣਾ ਇਤਿਹਾਸ ਆ, ਤੇ ਬੀਜੇਪੀ ਹਜੇ ਕੱਲ ਦੀ ਪਾਰਟੀ ਆ ਜੀ। ਅੱਛਾ, ਇਸ ਸੰਬੰਧ ਦੇ ਵਿੱਚ ਤੁਹਾਡਾ ਗੱਲ ਕਰਨ ਦਾ ਭਾਵ ਇਹ ਹੈ ਕਿ ਇਹਦਾ ਮਸਲੇ ਦਾ ਹੱਲ ਕੀ ਹੋਏਗਾ? ਬਿਲਕੁਲ, ਦੋਹਾਂ ਪਾਸੇ ਵੱਡੀਆਂ ਪਾਵਰਾਂ ਨੇ ਔਰ ਵਿਕਾਰ ਹੈ ਦੋਹਾਂ ਦਾ, ਤੇ ਇਹਦਾ ਹੱਲ ਕੀ ਹੋਏਗਾ? ਮੈਂ 1972 ਦੇ ਵਿੱਚ ਵਿਧਾਨ ਸਭਾ ਦਾ ਮੈਂਬਰ ਸਾਂ, ਭਾਵੇਂ ਉਮਰ ਮੇਰੀ ਉਸ ਸਮੇਂ ਛੋਟੀ ਸੀ, ਪਰ ਉਸ ਸਮੇਂ ਮੇਰੀ ਇੱਕ ਪੰਜਾਬ ਫਾਰਮਰਸ ਫੋਰਮ ਮੇਰੀ ਇੱਕ ਸੀ, ਉਹਨੇ ਨੇ ਕਈ ਪ੍ਰਾਪਤੀਆਂ ਕੀਤੀਆਂ। ਇੱਕ ਪ੍ਰਾਪਤੀ ਜਿਹੜੀ ਤੁਹਾਡੇ ਨਾਲ ਦੱਸਣ ਨਾਲ ਸੰਬੰਧਿਤ ਹੈ ਬਹੁਤ ਨੇ, ਉਹਨਾਂ ਵਿੱਚੋਂ ਇੱਕ ਦੱਸਣੀ ਚਾਹਾਂਗਾ ਕਿ ਕੇਂਦਰ ਸਰਕਾਰ ਨੇ ਕੋਡ ਆਫ ਕੰਡਕਟ ਇਲੈਕਸ਼ਨ ਤੋਂ 3 ਮਹੀਨੇ ਪਹਿਲਾਂ ਹੀ ਇਸ਼ੂ ਕਰ ਦਿੱਤਾ ਸੀ, ਤੇ ਮੈਂ ਹੀ ਇਹ ਪਟੀਸ਼ਨ, ਮੇਰੀ ਫਰਮ ਨੇ ਕਿਹਾ, ਅਸੀਂ ਇਹ ਪਟੀਸ਼ਨ ਪਾਈ ਸੀ ਕਿ ਸਰਕਾਰ ਨੂੰ ਅਧਿਕਾਰ ਹੀ ਕੋਈ ਨਹੀਂ, ਜਿਸ ਦਿਨ ਇਲੈਕਸ਼ਨ ਡਿਕਲੇਅਰ ਹੋਣੀ ਹੈ ਉਸੇ ਦਿਨ ਕੋਡ ਆਫ ਕੰਡਕਟ ਹੋਵੇ। 3-4 ਮਹੀਨੇ ਪਹਿਲਾਂ ਕਰਕੇ ਕਿਸੇ ਸਟੇਟ ਦਾ ਅਧਿਕਾਰ ਰੋਕ ਦੇਣਾ ਇਹ ਗਲਤ ਹੈ, ਔਰ ਉਹ ਹਾਈ ਕੋਰਟ 'ਚੋਂ ਵੀ ਮੈਂ ਜਿੱਤਿਆ, ਸੁਪਰੀਮ ਕੋਰਟ ਦੇ ਵਿੱਚੋਂ ਵੀ ਮੈਂ ਜਿੱਤਿਆ। ਅੱਜ ਦਾ ਜਿਹੜਾ ਮਸਲਾ ਹੈ, ਅੱਜ ਦਾ ਮਸਲਾ ਜੋ ਹੁਣ ਇਸ ਵੇਲੇ ਸਿਚੁਏਸ਼ਨ ਹੈ, ਇਹ ਨਹੀਂ, ਇੱਕੋ ਹੀ ਹੈ ਮਜਬੂਰੀ। ਭਾਵੇਂ ਅੱਜ ਕਿਸਾਨ ਯੂਨੀਅਨ ਇਸ ਦੇ ਉੱਤੇ ਸਹਿਮਤ ਨਾ ਹੋਣ ਤੇ ਭਾਵੇਂ ਕੇਂਦਰ ਸਰਕਾਰ ਵੀ ਨਾ ਹੋਵੇ, ਕਿ ਇਹ ਦੋਹਾਂ ਨੂੰ ਛੱਡ ਕੇ ਦੋਵੇਂ ਜਿੱਤੇ ਸਮਝਣਗੇ ਆਪਣੇ ਆਪ ਨੂੰ, ਇੱਕ ਤੀਜਾ ਇਸ਼ੂ ਹੈ ਜਿਹੜਾ ਸਾਰਿਆਂ ਦਾ ਸਾਂਝਾ ਇਸ਼ੂ ਹੈ, ਜਿਹੜਾ ਨਿਪਟਾਇਆ ਜਾ ਸਕਦਾ ਹੈ। 1972 ਦੇ ਵਿੱਚ ਸਰਦਾਰ ਭੁਪਿੰਦਰ ਸਿੰਘ ਮਾਨ ਪੰਜਾਬ ਦੀ ਕਿਸਾਨ ਯੂਨੀਅਨ ਨੂੰ ਲੀਡ ਕਰਦੇ ਸੀ, ਇੱਕੋ ਹੀ ਕਿਸਾਨ ਯੂਨੀਅਨ ਹੁੰਦੀ ਸੀ, ਤੇ ਰਾਜੇਵਾਲ ਸਾਹਿਬ ਤੇ ਲੱਖੋਵਾਲ ਸਾਹਿਬ ਉਹਨਾਂ ਦੇ ਨਾਲ ਸੀ। ਇਹ ਆਪਣਾ ਉਗਰਾਹਾਂ ਸਾਹਿਬ ਮੇਰੇ ਖਿਆਲ ਬਾਅਦ ਚ ਗਏ ਆ, ਪਰ ਇਹ ਤਿੰਨਾਂ ਦੀ ਤਿਕੜੀ ਨਾ ਤਕਰੀਬਨ ਮਤਲਬ ਕੱਲੇ ਦੀ ਜ਼ਬਾਨ ਦੇ ਉੱਤੇ ਸੀ। ਉਦੋਂ ਇਹਨਾਂ ਨੇ ਬਾਘਾ ਬਾਰਡਰ ਦੇ ਉੱਤੇ ਤਕਰੀਬਨ 2 ਲੱਖ ਕਿਸਾਨਾਂ ਨੂੰ ਲੈ ਕੇ, ਜਿਹਦੇ ਵਿੱਚ ਮਹਿੰਦਰ ਸਿੰਘ ਟਕੈਤ ਵੀ ਸੀ, ਉਹ ਵੀ ਯੂਪੀ ਤੋਂ ਲੈ ਕੇ ਆਏ ਸੀ, ਕਾਫੀ ਗਿਣਤੀ, ਪਰ ਜ਼ਿਆਦਾ ਪੰਜਾਬ ਦੇ ਸੀ। 2 ਲੱਖ ਕਿਸਾਨਾਂ ਨੇ ਬਾਘਾ ਬਾਰਡਰ ਦੇ ਉੱਤੇ ਧਰਨਾ ਦਿੱਤਾ ਸੀ ਕਿ ਸਾਨੂੰ ਫ੍ਰੀ ਟ੍ਰੇਡ ਚਾਹੀਦਾ, ਵਰਲਡ ਫ੍ਰੀ ਟ੍ਰੇਡ ਚਾਹੀਦਾ ਕਣਕ ਵਾਸਤੇ। ਪਾਕਿਸਤਾਨ ਦੇ ਵਿੱਚ ਕਣਕ ਮਹਿੰਗੀ ਹੈ, 13 ਦੇਸ਼ ਨੇ ਜਿਹਦੇ ਵਿੱਚ ਯਮਨ ਵਗੈਰਾ ਹੈ, UAR ਹੈ, ਇਰਾਕ ਹੈ, ਈਰਾਨ ਹੈ, ਔਰ ਰਸ਼ੀਆ ਤੋਂ ਆਜ਼ਾਦ ਹੋਏ ਵੀ ਕੁਝ ਦੇਸ਼ ਨੇ, ਉਹਨਾਂ ਦੇ ਵਿੱਚ ਕਣਕ ਬਿਲਕੁਲ ਨਹੀਂ ਹੁੰਦੀ, ਔਰ ਉਹਨਾਂ ਦੀ ਜਿਹੜੀ ਕੀਮਤ ਹੈ ਸਾਡੇ ਨਾਲੋਂ, ਐਵੇਂ ਭਾਵੇਂ ਮੀਡੀਆ ਦਾ ਕੁਝ ਵੀ ਕਹੀ ਜਾਵੇ, ਪਰ ਸਾਡੇ ਨਾਲੋਂ ਘੱਟੋ ਘੱਟ ਕਣਕ ਦੀ ਕੀਮਤ ਉੱਥੇ ਤਿੱਗਣੀ ਹੈ। ਤੇ ਉਸ ਟਾਈਮ ਜੇ ਭੁਪਿੰਦਰ ਸਿੰਘ ਮਾਨ, ਲੱਖੋਵਾਲ ਸਾਹਿਬ ਨੇ, ਰਾਜੇਵਾਲ ਸਾਹਿਬ ਨੇ ਇਹ ਮੋਰਚਾ ਲਾਇਆ ਸੀ, ਫਿਰ ਗਵਰਨਰ ਇਹਨਾਂ ਨੇ ਇਸੇ ਇਸ਼ੂ ਦੇ ਉੱਤੇ 7 ਦਿਨ ਰਾਤ ਗਵਰਨਰ ਸਾਹਿਬ ਨੂੰ ਘਰਾਓ ਕੀਤਾ ਸੀ। 7 ਦਿਨ ਬਿਲਕੁਲ ਉਹਦੇ ਘਰੇ ਪਾਣੀ ਨਹੀਂ ਆਉਣ, ਬਣੋ ਫ੍ਰੀ ਵਰਲਡ ਟ੍ਰੇਡ ਦੇ, ਔਰ ਯੂਨਾਈਟਿਡ ਨੇਸ਼ਨ ਜ਼ੋਰ ਪਾ ਰਹੀ ਹੈ ਕਿ ਤੁਸੀਂ ਸਾਡੇ ਵਰਲਡ ਟ੍ਰੇਡ ਵਾਸਤੇ ਮਤਲਬ ਸਹਿਮਤ ਹੋ। 165 ਮੈਂਬਰ ਨੇ, ਪਰ ਭਾਰਤ ਉਹਦਾ ਮੈਂਬਰ ਨਹੀਂ, ਉਹ ਜ਼ੋਰ ਪਾ ਰਹੇ ਨੇ ਕਿ ਭਾਰਤ ਮੈਂਬਰ ਹੈ। ਮੈਂ ਮਹਿਸੂਸ ਕਰਦਾ ਕਿ ਇਹਨਾਂ ਨੂੰ ਵੀ ਉਸ ਤੋਂ ਬੈਕਆਊਟ ਨਹੀਂ ਹੋਣਾ ਚਾਹੀਦਾ। ਬਿਲਕੁਲ ਜਲਾਲ ਸਾਹਿਬ, ਤੁਹਾਡੇ ਬਿਲਕੁਲ ਜਿਹੜੇ ਸਵਾਲ ਆ ਠੀਕ ਨੇ, ਤੁਹਾਡੇ ਤਰਕ ਵੀ ਠੀਕ ਨੇ, ਪਰ ਸਮਾਂ ਥੋੜਾ ਬਦਲ ਗਿਆ। ਉਦੋਂ ਹਾਲਾਤ ਹੋਰ ਸੀ ਦੇਸ਼ ਦੇ ਖੇਤੀ ਦੇ, ਹੁਣ ਹਾਲਾਤ ਹੋ ਰਿਹਾ। ਇੱਕ ਹੋਰ ਗੱਲ ਆ ਜਲਾਲ ਸਾਹਿਬ, ਇਹ ਜਿਹੜਾ ਪੂਰਾ ਸੰਘਰਸ਼ ਚੱਲ
ਚੱਲਦਾ ਪਿਆ ਕਿਸਾਨੀ, ਉਹਦੇ ਉੱਤੇ ਤੁਸੀਂ ਸਿਆਸਤਦਾਨਾਂ ਦੀ ਭੂਮਿਕਾ ਕਿਸ ਤਰ੍ਹਾਂ ਦੇਖਦੇ ਹੋ? ਕਿਉਂਕਿ ਪਹਿਲਾਂ ਦੋਨੇ ਸਦਨਾਂ ਦੇ ਵਿੱਚ ਕਾਨੂੰਨ ਪਾਸ ਹੁੰਦੇ ਨੇ, ਫਿਰ ਰਾਸ਼ਟਰਪਤੀ ਬਿਨਾਂ ਇੰਤਜ਼ਾਰ ਕੀਤੇ ਉੱਤੇ ਸਾਈਨ ਕਰ ਦਿੰਦੇ ਨੇ। ਜਿਹੜੀ ਵਿਰੋਧੀ ਪਾਰਟੀ ਹੈ ਉਹਦੀ ਭੂਮਿਕਾ ਬਹੁਤ ਵੱਡੀ ਹੁੰਦੀ ਹੈ ਕਿਸੇ ਵੀ ਜਦੋਂ ਆਪਾਂ ਦੇਸ਼ ਦੀ ਗੱਲ ਚੱਲਦੇ ਹਾਂ, ਜਾਂ ਸੂਬਾ ਸਰਕਾਰ ਹੋਵੇ ਜਾਂ ਕੇਂਦਰ ਸਰਕਾਰ ਹੋਵੇ, ਕਿਉਂਕਿ ਜਿਹੜੀ ਵਿਰੋਧੀ ਧਿਰ ਆ ਉਹਨੇ ਸਭ ਤੋਂ ਪਹਿਲਾਂ ਜਿਹੜੀਆਂ ਗਲਤੀਆਂ ਉਹ ਫੜਨੀਆਂ ਹੁੰਦੀਆਂ ਸਰਕਾਰ ਦੀਆਂ। ਜੇ ਕਹਿੰਦੇ ਨੇ ਵੀ ਜੇ ਵਿਰੋਧੀ ਧਿਰ ਮਾੜੀ ਹੋਵੇ ਚਾਹੇ ਸਰਕਾਰ ਚੰਗੀ ਵੀ ਹੋਵੇ, ਉਹ ਗੱਲ ਬਣਦੀ ਨਹੀਂ। ਵਿਰੋਧੀ ਧਿਰਾਂ ਦੀ ਉਹ ਭੂਮਿਕਾ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਜੇ ਵਿਰੋਧੀ ਧਿਰਾਂ ਨੇ ਪਹਿਲਾਂ ਹੀ ਚੰਗੀ ਭੂਮਿਕਾ ਨਿਭਾਈ ਹੁੰਦੀ ਤੇ ਇਹ ਹਾਲਾਤ ਹੋਣੇ ਸੀ, ਅੱਜ ਕਿਸਾਨਾਂ ਨੂੰ ਆਉਣਾ ਪੈਣਾ ਸੀ ਸੜਕਾਂ ਤੇ। ਦੇਖੋ, ਜਿਹੜਾ ਮੀਡੀਆ ਨਾ ਇਹ ਕਿਸੇ ਵੀ ਸਟੇਟ ਦਾ ਜਾਂ ਕੇਂਦਰ ਦਾ ਸਪੋਕਸਮੈਨ ਹੁੰਦਾ ਹੈ, ਤੇ ਠੀਕ ਜਾਂ ਗਲਤ ਇਹ ਤੁਸੀਂ ਜਨਤਾ ਦੇ ਸਾਹਮਣੇ ਤੁਸੀਂ ਆਪਣੀ ਰਾਏ ਦੇ ਮੁਤਾਬਕ ਇਹ ਪੁੱਟ ਕਰਨਾ ਹੁੰਦਾ। ਜਿੱਥੋਂ ਤੱਕ ਇਹਦੇ 'ਚ ਕੋਈ ਸ਼ਾਈ ਗੱਲ ਨਹੀਂ ਕਿ ਇਸ ਕਾਨੂੰਨ ਨੂੰ ਬਹੁਤ ਤੇਜ਼ੀ ਦੇ ਨਾਲ ਪਾਸ ਕੀਤਾ ਗਿਆ। ਜਦੋਂ ਕਿ 2 ਇਲੈਕਸ਼ਨਾਂ ਹੋ ਰਹੀਆਂ ਨੇ, ਉੱਥੇ ਕੋਈ ਕਰੋਨਾ ਦੀ ਗੱਲ ਕੋਈ ਨਹੀਂ, ਔਰ ਇੱਥੇ ਕਰੋਨਾ ਦੇ ਬਹਾਨੇ ਮਤਲਬ ਬੜੀ ਕਾਹਲ ਦੇ ਨਾਲ ਹੀ ਰਾਜ ਸਭਾ ਦੇ ਵਿੱਚ ਪਾਸ ਹੋਇਆ, ਕਾਹਲ ਦੇ ਨਾਲ ਹੀ ਲੋਕ ਸਭਾ ਦੇ ਵਿੱਚ ਪਾਸ ਹੋਇਆ, ਔਰ ਕਾਹਲ ਦੇ ਨਾਲ ਹੀ ਗਵਰਨਰ ਸਾਹਿਬ ਨੇ ਬੜੀ ਤੇਜ਼ੀ ਨਾਲ ਕਰ ਦਿੱਤੇ ਗਏ। ਔਰ ਹੁਣ ਵੀ ਜਿਹੜਾ ਪਾਰਲੀਮੈਂਟ ਦਾ ਸੈਸ਼ਨ ਹੈ ਉਹਨੂੰ ਕਰੋਨਾ ਦੇ ਆਧਾਰ ਦੇ ਉੱਤੇ ਤਾਂ ਕਿ ਰੌਲਾ ਨਾ ਪਵੇ ਉਸ ਦੇ ਉੱਤੇ ਉਹਨਾਂ ਨੂੰ ਪੋਸਟਪੋਨ ਕਰ ਦਿੱਤਾ ਗਿਆ ਮਾਰਚ ਤੱਕ। ਇਸ ਕਰਕੇ ਤਾਂ ਸਾਫ਼ ਦਿਸ ਰਿਹਾ ਹੈ ਕਿ ਸਰਕਾਰ ਇਸ ਨੂੰ ਕਿਸੇ ਖਾਸ ਕਾਰਨ ਕਰਕੇ ਚਾਹੁੰਦੀ ਹੈ। ਔਰ ਕਿਸਾਨਾਂ ਦਾ ਵੀ ਜਾਇਜ਼ ਹੈ ਕਿ ਜਦੋਂ ਸਭ ਕੁਝ ਰੁਕਿਆ ਸੀ, 1 ਸਾਲ ਤੋਂ ਕੋਰਟਾਂ ਵੀ ਬੰਦ ਸੀ, ਤੇ ਇਹਨੂੰ ਐਡੀ ਜਲਦੀ ਕਰਨ ਦੇ ਵਿੱਚ ਕੋਈ ਨਾ ਕੋਈ ਪਿੱਛੇ ਖਾਸ ਕਾਰਨ ਹੈ। ਉਹ ਕਹਿੰਦੇ ਇਹ ਨੇ ਕਿ ਇਹ ਕਿਉਂਕਿ ਕਣਕ ਦੀ ਮੇਨ ਫਸਲ ਹੈ ਔਰ ਇਸ ਫਸਲ ਦਾ ਫਾਇਦਾ ਉਠਾਉਣ ਦੀ ਖਾਤਰ, ਨਹੀਂ ਤਾਂ ਜੇ ਅੱਜ ਕਾਨੂੰਨ ਨਾ ਪਾਸ ਕੀਤੇ ਜਾਂਦੇ ਤਾਂ ਫਿਰ 1 ਸਾਲ ਬਾਅਦ ਅਗਲੇ ਸਾਲ ਕਣਕ ਤੋਂ ਬਾਅਦ ਹੋਣਾ ਸੀ, ਕਿਉਂਕਿ ਭਾਰਤ ਦੀ ਜਿਹੜੀ ਮੁੱਖ ਫਸਲ ਹੁਣ ਕਣਕ ਹੀ ਬਣ ਗਈ ਹੈ, ਖਾਸ ਕਰਕੇ ਪੰਜਾਬ ਦੀ। ਇਸ ਕਰਕੇ ਸਾਨੂੰ ਜਲਦੀ ਪਈ ਹੈ। ਉਹਦਾ ਚਲੋ ਉਹਨਾਂ ਦੀ ਦਲੀਲ ਹੈ, ਉਹ ਤੁਹਾਡੇ ਨਾਲ ਸੰਬੰਧਿਤ ਹੈ, ਮੇਰੇ ਨਾਲ ਨਹੀਂ। ਪਰ ਜਿੱਥੋਂ ਤੱਕ ਮਾਮਲਾ ਹੈ, ਤੁਸੀਂ ਰਾਜਨੀਤਿਕਾਂ ਦਾ ਪੁੱਛਦੇ ਹੋ, ਜਿਹੜੀ ਕਿਸਾਨ ਯੂਨੀਅਨਾਂ ਦੀ ਹੈ ਮੁਹਿੰਮ, ਇਹ ਤਾਂ ਨਿਰੋਲ ਕਿਸਾਨੀ, ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ। ਪਰ ਵੇਖੋ, ਅਕਸਰ ਉਹ ਵੀ ਇਨਸਾਨ ਨੇ। ਅਸੀਂ ਜੁਡੀਸ਼ਰੀ ਦੀ ਗੱਲ ਲੈ ਲਈਏ, ਜੁਡੀਸ਼ਰੀ 'ਚ ਜੱਜ ਬਿਲਕੁਲ ਨਿਰਪੱਖ ਹੁੰਦੇ ਨੇ, ਧਰਮਰਾਜ ਮੰਨੇ ਜਾਂਦੇ ਨੇ, ਪਰ ਪੋਲੀਟਿਕਸ ਤੋਂ ਉਹ ਵੀ ਪ੍ਰਭਾਵਿਤ ਹੋ ਜਾਂਦੇ ਨੇ। ਸਿਆਸੀ ਬੰਦਿਆਂ ਦੇ ਹੱਕ ਦੇ ਵਿੱਚ ਫੈਸਲੇ ਉਹਨਾਂ ਤੋਂ ਵੀ ਲੈ ਜਾਂਦੇ ਨੇ। ਤੇ ਜਿਹੜੇ ਆਪਣੇ ਪੰਜਾਬ ਦੇ ਕਿਸਾਨ ਨੇ ਜਾਂ ਕਿਸਾਨ ਆਗੂ ਨੇ, ਅਕਸਰ ਇਹ ਵੀ ਤਾਂ ਸਥਾਨਕ ਵਸਣ ਵਾਲੇ ਨੇ, ਕਿਸੇ ਨਾ ਕਿਸੇ ਸਰਕਾਰ ਨਾਲ ਮੰਨੇ। ਹੁਣ ਲੱਖੋਵਾਲ ਸਾਹਿਬ ਹੈ, ਉਹਨਾਂ ਨੇ ਪਹਿਲਾਂ ਕਿਹਾ ਸੀ ਕਿ ਸਾਡੀ ਨਿਰਪੱਖ ਯੂਨੀਅਨ ਹੈ, ਪਰ ਉਦੋਂ ਬਾਅਦ 1 ਮਿੰਟ ਵੇਖ ਲਈਏ, ਅੱਛਾ, ਉਹਨਾਂ ਨੇ ਕਿਹਾ ਕਿ ਸਾਡੀ ਨਿਰਪੱਖ ਯੂਨੀਅਨ ਹੈ, ਪਰ ਥੋੜੇ ਚਿਰ ਬਾਅਦ ਹੀ ਉਹਨਾਂ ਐਲਾਨ ਕਰਦਾ ਕਿ ਅਸੀਂ ਬਾਦਲ ਦੀ ਮਦਦ ਕਰਾਂਗੇ, ਅਕਾਲੀ ਸਰਕਾਰ ਦੀ ਮਦਦ ਕਰਾਂਗੇ। ਉਹ ਬਾਦਲ ਸਾਹਿਬ ਨੇ ਉਹਨਾਂ ਨੂੰ ਚੇਅਰਮੈਨ ਬਣਾਤਾ। ਸਰਦਾਰ ਭੁਪਿੰਦਰ ਸਿੰਘ ਮਾਨ ਸੀ, ਉਹਨਾਂ ਨੇ ਜਦੋਂ ਯੂਨੀਅਨ ਸ਼ੁਰੂ ਕੀਤੀ, ਉਹਨਾਂ ਨੇ ਇਹ ਕਿਹਾ ਕਿ ਸਾਡੀ ਤਾਂ ਨਿਰਪੱਖ ਯੂਨੀਅਨ ਹੈ, ਪਰ ਥੋੜੇ ਚਿਰ ਬਾਅਦ ਹੀ ਉਹਨਾਂ ਨੂੰ ਰਾਜ ਸਭਾ ਦਾ ਮੈਂਬਰ ਬਣਾ ਦਿੱਤਾ ਗਿਆ। ਕੈਪਟਨ ਅਮਰਿੰਦਰ ਸਿੰਘ ਦੀ ਉਹਨਾਂ ਨੇ ਬਹੁਤ ਇਲੈਕਸ਼ਨ 'ਚ ਮਦਦ ਕੀਤੀ, ਕੱਲੀ ਇਲੈਕਸ਼ਨ ਦੇ ਵਿੱਚ ਨਹੀਂ। ਜਦੋਂ ਅਮਰਿੰਦਰ ਸਿੰਘ ਨੇ ਧਾਰਾ 5 ਦਾ ਕਾਨੂੰਨ ਪਾਸ ਕੀਤਾ ਨਾ 2000, ਉਦੋਂ ਵੀ ਉਹਨਾਂ ਨੇ ਬਹੁਤ ਜ਼ਿਆਦਾ ਉਹਨਾਂ ਦਾ ਸਨਮਾਨ ਕੀਤਾ। ਹਾਲਾਂਕਿ ਕੈਪਟਨ ਸਾਹਿਬ ਬਿਲਕੁਲ ਗਲਤ ਸੀ ਔਰ ਪੰਜਾਬ ਦੇ ਹਿੱਤਾਂ ਦੇ ਉਲਟ ਉਹਨਾਂ ਨੇ ਇਹ ਕਾਨੂੰਨ ਪਾਸ ਕੀਤਾ ਸੀਗਾ। ਇਸ ਕਰਕੇ ਇਹ ਤਾਂ ਸਾਫ਼ ਦਿਸ ਰਿਹਾ ਕਿ ਪੋਲੀਟਿਕਸ ਤੋਂ ਪ੍ਰਭਾਵਿਤ ਯੂਨੀਅਨ ਥੋੜੀ ਬਹੁਤ ਹੋਈ ਹੈ। ਬਿਲਕੁਲ ਜੀ, ਤੁਹਾਡੇ ਸਵਾਲ ਜਾਇਜ਼ ਨੇ ਜਲਾਲ ਸਾਹਿਬ, ਪਰ ਇੱਥੇ ਆ ਕੇ ਆਪਾਂ ਨੂੰ ਸ਼ਾਇਦ ਇਹ ਛੱਡ ਦੇਣੀਆਂ ਚਾਹੀਦੀਆਂ ਗੱਲਾਂ ਦਿੱਲੀ ਦੇ ਵਿੱਚ, ਕਿਉਂਕਿ ਹੁਣ ਇੱਕ ਮੰਚ ਤੇ ਨੇ ਸਾਰੀਆਂ ਜਥੇਬੰਦੀਆਂ ਔਰ ਹਰ ਜਥੇਬੰਦੀ ਦੇ ਆਗੂਆਂ ਦਾ ਰਿਹਾ ਵਾ ਸਿਆਸੀ ਪਿਛੋਕੜ, ਕਿਤੇ ਨਾ ਕਿਤੇ ਉਹਨਾਂ ਦਾ ਸਿਆਸੀ ਪਿਛੋਕੜ ਰਿਹਾ ਵਾ। ਜਿੱਦਾਂ ਤੁਸੀਂ ਦੱਸਿਆ ਵੀ ਮੰਡੀ ਬੋਰਡ ਦੀਆਂ ਚੇਅਰਮੈਨੀਆਂ ਹੋ ਗਈਆਂ ਜਾਂ ਕਈ ਹੋਰ ਕਾਰਨ। ਇੱਕ ਸਵਾਲ ਹੋਰ ਆ ਜਲਾਲ ਸਾਹਿਬ ਮੇਰਾ, ਕਿ ਤੁਹਾਨੂੰ ਇਹ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਕਿਤੇ ਨਾ ਕਿਤੇ ਇਸ ਨੂੰ ਸਿਆਸੀ ਨਜ਼ਰੀਏ ਨਾਲ ਦੇਖ ਰਹੀ ਹੈ ਇਸ ਅੰਦੋਲਨ ਨੂੰ? ਕਿਉਂਕਿ 13 ਲੋਕ ਸਭਾ ਸੀਟਾਂ ਪੰਜਾਬ ਦੀਆਂ ਨੇ, 10 ਹੈਗੀਆਂ ਹਰਿਆਣੇ ਦੀਆਂ, ਤੇ ਉਤੋਂ ਜਿਹੜੇ ਆਲੇ ਦੁਆਲੇ ਜਿੱਥੇ ਜ਼ਿਆਦਾ ਜੋੜ ਆ ਅੰਦੋਲਨ ਦਾ, ਕੁਝ ਰਾਜਸਥਾਨ ਦੇ ਹਿੱਸੇ ਦੀਆਂ ਸੀਟਾਂ ਲਾ ਲਈਆਂ, ਕੁਝ ਉੱਤਰ ਪ੍ਰਦੇਸ਼ ਉੱਤਰਾਖੰਡ, ਕੁੱਲ ਮਿਲਾ ਕੇ 25-30 ਸੀਟਾਂ ਬਣ ਜਾਣਗੀਆਂ। ਕਿ 25-30 ਸੀਟਾਂ ਬਦਲੇ ਭਾਰਤੀ ਜਨਤਾ ਪਾਰਟੀ ਦੇਸ਼ ਦੀਆਂ ਜਿਹੜੀਆਂ ਬਾਕੀ ਸੀਟਾਂ ਵਾ ਉਹਨਾਂ ਨੂੰ ਗਵਾਉਣਾ ਨਹੀਂ ਚਾਹੁੰਦੀ। ਜੇ 25-30 ਨੂੰ ਖੁਸ਼ ਕਰਦੀ ਹੈ ਤਾਂ ਦੁਨੀਆਂ ਤੇ ਅਸਰ ਪੈ ਸਕਦਾ। ਇਹ ਤੁਹਾਡੇ ਮਨ ਚ ਆਉਂਦੀ ਹੈ ਜੇ ਸਿਆਸਤਦਾਨ? ਕਿਉਂਕਿ ਤੁਸੀਂ ਮੇਰੇ ਨਾਲੋਂ ਜ਼ਿਆਦਾ ਇਸ ਚੀਜ਼ ਨੂੰ ਸੋਚ ਸਕਦੇ ਹੋ। ਵੇਖੋ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਮੈਂ ਤਾਂ ਇਸ ਨੂੰ ਪਹਿਲਾਂ ਹੀ ਬਹੁਤ ਵੇਰਵੇ ਨਾਲ ਕਹਿ ਚੁੱਕਾ ਕਿ ਜਿੱਥੋਂ ਤੱਕ ਮਾਮਲਾ ਹੈ ਕਿ ਪੰਜਾਬ ਦੇ ਵਿੱਚ ਗਿਣਤੀ ਘੱਟ ਗਿਣਤੀ ਦੇ ਵਿੱਚ ਹੈ ਤੇ ਸਾਰਾ ਹਿੰਦੁਸਤਾਨ ਵੱਧ ਹੈ, ਪੰਜਾਬ ਦੇ ਤਕਰੀਬਨ ਉਹਨਾਂ ਦੀ ਜਿਹੜੀ ਸੋਚ ਹੈ ਉਹ ਉਲਟ ਹੁੰਦੀ ਹੈ। ਪਰ ਮੈਂ ਇਸ ਤੋਂ ਥੋੜਾ ਜਿਹਾ ਤੁਹਾਨੂੰ ਅੱਗੇ ਲੈ ਕੇ ਜਾਣਾ ਚਾਹੁੰਦਾ ਹਾਂ। ਜਦੋਂ ਮੈਨੂੰ ਬਾਬੂ ਕਾਂਸ਼ੀ ਰਾਮ ਜੀ ਨੇ ਦੱਸਿਆ ਸੀ, ਜਿਸ ਟਾਈਮ ਮੈਨੂੰ
ਬਾਬੂ ਕਾਂਸ਼ੀ ਰਾਮ ਜੀ ਨੇ ਦੱਸਿਆ ਸੀ, ਉਸ ਟਾਈਮ ਮਾਇਆਵਤੀ ਜੀ ਖਾਣਾ ਬਣਾ ਰਹੇ ਸੀ। ਅਸੀਂ ਖਾਣੇ ਦੇ ਟੇਬਲ ਦੇ ਉੱਤੇ ਵੇ ਇੱਕ ਦੋ ਲੜਕੀਆਂ ਹੋਰ ਸੀ। ਉਹਨਾਂ ਨੇ ਮੈਨੂੰ ਕਿਹਾ ਕਿ ਜਲਾਲ ਸਾਹਿਬ ਮੈਂ ਤੁਹਾਨੂੰ ਇੱਕ ਦੱਸਣ ਲੱਗਾ ਜਿਹੜਾ ਕਿ ਮੈਂ ਅਜੇ ਇਹਨਾਂ ਤੱਕ ਨਹੀਂ ਦੱਸਿਆ, ਮਤਲਬ ਮਾਇਆਵਤੀ ਜੀ ਨੂੰ ਵੀ ਨਹੀਂ ਦੱਸਿਆ। ਉਹ ਇਹ ਹੈ ਕਿ ਜਦੋਂ ਇੰਦਰਾ ਜੀ ਦਾ ਕਤਲ ਹੋਇਆ ਉਸ ਰਾਤ ਨੂੰ ਮੈਨੂੰ ਚੁੱਕ ਲਿਆ ਗਿਆ ਸੀ ਤੇ ਅਗਲੇ ਦਿਨ ਸਾਰਾ ਦਿਨ ਮੈਨੂੰ ਰੱਖਿਆ ਗਿਆ। ਉਹਨਾਂ ਦੀ ਸੋਚ ਇਹ ਸੀ ਕਿ ਇੰਟੈਲੀਜੈਂਸ ਵਗੈਰਾ ਦੀ ਕਿ ਇਹ ਬਣਾਇਆ ਜਾਵੇ ਕਿ ਇੰਦਰਾ ਪ੍ਰੋ ਰਸ਼ੀਅਨ ਸੀ ਤੇ ਉਸ ਨੂੰ ਮਤਲਬ ਲੋਅਰ ਵਰਗ ਨੇ, ਛੋਟੇ ਵਰਗ ਨੇ ਕਾਂਸ਼ੀ ਰਾਮ ਦੇ ਰਾਹੀਂ ਮਤਲਬ ਮਰਵਾ ਕੇ ਦੇਸ਼ ਦੇ ਵਿੱਚ ਰਾਜ ਪਲਟਾ ਲੈ ਜਾਂਦਾ। ਤੇ ਜਿਹੜੇ ਹੁਣ ਇਸ ਵੇਲੇ ਜਿੱਥੋਂ ਤੱਕ ਮੇਰਾ ਖਿਆਲ ਹੈ ਕਿ ਚੀਫ ਮਿਨਿਸਟਰ ਬਣਾਏ ਨੇ, ਸ਼ਾਇਦ ਇਹ ਜਾਂ ਜਿਹੜੇ ਸਰਗਵਾਸ ਹੋ ਗਏ, ਕਿਉਂਕਿ ਰਾਮ ਨਾਲ ਦੋਹਾਂ ਨਾਲ ਲੱਗਦਾ ਹੈ, ਉਹਨਾਂ ਨੇ ਨਾਂ ਲਿਆ ਸੀਗਾ। ਉਹਨਾਂ ਨੇ ਕਿਹਾ ਕਿ ਜੀ ਸੋਚ ਤਾਂ ਤੁਹਾਡੀ ਹੈ ਪਰ ਅਸੀਂ ਇਸ ਵੇਲੇ 33% ਹੈ, 30-35 ਸ਼ਡਿਊਲ ਕਾਸਟ ਹੈ। ਅਸੀਂ ਜੀ ਇੱਧਰ ਕਾਂਸ਼ੀ ਰਾਮ ਕਰਨੀ ਗੱਲ ਪਾਉਣੇ ਆ ਤਾਂ ਸ਼ਡਿਊਲ ਕਾਸਟ 30-35% ਜਿਹੜੀ ਸਾਡੀ ਰਿਜ਼ਰਵ ਵੋਟ ਹੈ ਉਹ ਸਾਡੇ ਨਾਲ ਨਾਰਾਜ਼ ਹੋ ਜਾਏਗੀ ਤੇ ਤੁਸੀਂ ਗੱਲ ਨੂੰ ਸਿੱਖਾਂ ਵੱਲ ਮੋੜੋ। ਜੇ ਇੱਕ ਉਸ ਟਾਈਮ 100 ਕਰੋੜ ਸੀ ਸਿੱਖਾਂ ਦੀ ਸਾਰੀ ਭਾਰਤ ਦੀ ਆਬਾਦੀ, ਜੇ 1 ਕਰੋੜ ਨਾਰਾਜ਼ ਹੋ ਜਾਣਗੇ ਸਿੱਖ ਤੇ 99 ਕਰੋੜ ਆਪਣੇ ਹੱਕ 'ਚ ਆਊਗਾ। ਤੇ ਉਹੀ ਗੱਲ ਹੋਈ ਜਦੋਂ ਵੋਟ ਪਈ, ਰਾਜੀਵ ਨੂੰ ਇੰਨੀ ਵੋਟ ਪਈ ਜਿੰਨੀ ਕਿ ਨਹਿਰੂ ਨੂੰ ਵੀ ਨਹੀਂ ਸੀ ਪਈ। ਤੇ ਇਸ ਕਰਕੇ ਤੁਹਾਡੇ ਵਾਲੀ ਜਿਹੜੀ ਗੱਲ ਹੈ ਇਹਦੇ 'ਚ ਤਾਂ ਕੋਈ ਸ਼ੱਕ ਵਾਲੀ ਗੱਲ ਨਹੀਂ। ਦੂਜੀ ਜਿਹੜੀ ਤੁਸੀਂ ਕਹਿੰਦੇ ਆ ਕਿ ਵੀ ਬੀਜੇਪੀ ਰਾਜਨੀਤੀ ਕਰ ਰਹੀ ਹੈ, ਉਹ ਤਾਂ ਪਿਓ ਰਾਜਨੀਤਿਕ ਪਾਰਟੀ ਹੈ, ਇਸ ਕਰਕੇ ਉਹਨਾਂ ਨੇ ਤਾਂ ਰਾਜਨੀਤੀ ਕਰਨੀ। ਉਹ ਭਾਵੇਂ ਧਾਰਮਿਕ ਕਲੇਮ ਕਰਦੇ ਨੇ ਪਰ ਉਹਨਾਂ ਦੀ ਜਿਹੜੀ ਮੁੱਖ ਧਾਰਾ ਹੈ ਉਹ ਰਾਜਨੀਤੀ ਦੀ ਖਾਤਰ ਹੈ, ਧਰਮ ਵੀ ਰਾਜਨੀਤੀ ਦੀ ਖਾਤਰ ਹੈ। ਇਸ ਕਰਕੇ ਉਹ ਰਾਜਨੀਤੀ ਤਾਂ ਹੈ ਪਰ ਜਿੱਥੇ ਤੱਕ ਕਿਸਾਨ ਜਥੇਬੰਦੀਆਂ ਦਾ ਇਹਦੇ 'ਚ ਮੈਂ ਮਹਿਸੂਸ ਕਰਦਾ ਹੁਣ ਜਿਹੜੇ ਇਹ 3 ਲੀਡਰ ਇਸ ਵੇਲੇ ਕਹ ਲਓ, ਚੱਲ 3 ਨਾ ਕਹੋ ਤੁਸੀਂ ਲੋ ਹੀ ਕਹੋ, ਇੱਕ ਰਾਜੇਵਾਲ ਸਾਹਿਬ ਦਾ ਗਰੁੱਪ ਬਣ ਗਿਆ ਜਿਹਨੂੰ ਤੁਸੀਂ 32 ਦਾ ਗਰੁੱਪ ਕਹਿੰਦੇ ਆ, ਇੱਕ ਆਪਣਾ ਉਗਰਾਹਾਂ ਸਾਹਿਬ ਦਾ ਬਣ ਗਿਆ ਜਿਹਨਾਂ ਨੂੰ ਤੁਸੀਂ 2 ਕਹਿ ਲਓ। ਇਹਨਾਂ ਦੀ ਅਜੇ ਤੱਕ ਰਾਜਨੀਤੀ ਵਾਲੀ ਗੱਲ ਮੈਨੂੰ ਸਮਝ ਨਹੀਂ ਆਈ ਜਿੰਨ ਤੱਕ ਮੈਂ ਇਹਨਾਂ ਦੇ ਨੇੜੇ ਰਿਹਾ ਜਾਂ ਕੁਛ ਸੁਣਿਆ। ਇਹ ਤਾਂ ਰੋਲ ਪਿਓਰ ਕਿਸਾਨ ਹੱਕਾਂ ਦੀ ਖਾਤਰ ਲੜ ਰਹੇ ਆ। ਬਿਲਕੁਲ ਜਲਾਲ ਸਾਹਿਬ, ਆਖਰੀ ਸਵਾਲ, ਜੋ ਵੀ ਹੋਵੇ ਰਾਜਨੀਤੀ ਹੁੰਦੀ ਹੋਵੇ, ਜਥੇਬੰਦੀਆਂ ਜੋ ਵੀ ਕਰਦੀਆਂ ਹੋਣ, ਆਖਰ ਤੁਹਾਨੂੰ ਲੱਗਦਾ ਹੈ ਕਿ ਕੁਝ ਨਿਕਲਣ ਵਾਲਾ ਇਸ ਅੰਦੋਲਨ ਦੇ ਵਿੱਚੋਂ? 1 ਮਹੀਨਾ ਹੋ ਗਿਆ ਹੁਣ ਸੜਕਾਂ ਤੇ ਬੈਠੇ ਹੋਏ। ਵੇਖੋ ਜੀ, ਮੈਂ ਤਾਂ ਤੁਹਾਨੂੰ ਇਹ ਪਹਿਲਾਂ ਜਵਾਬ ਦੇ ਚੁੱਕਾ ਹਾਂ ਕਿ ਜੋ ਹੁਣ ਇਸ ਵੇਲੇ ਮਸਲਾ ਆਪਣੇ ਸਾਹਮਣੇ ਹੈ ਇਹਦੇ ਵਿੱਚ ਬਿਲਕੁਲ ਕੋਈ ਨਿਕਲਣ ਵਾਲਾ ਨਹੀਂ। ਇਹ ਕਿਸਾਨਾਂ ਦੇ ਵਿੱਚ ਇੰਨੀ ਸਮਰੱਥਾ ਹੈਗੀ ਤੇ ਸਾਲਾਂ ਵਧੀ। ਇਹ ਆਉਣ ਵਾਲੀ ਜਿਹੜੀ ਇਲੈਕਸ਼ਨ ਹੈ 1922 ਦੀ 2022 ਦੀ, ਹਾਂ ਉਸ ਦੇ ਵਿੱਚ ਤੱਕ ਵੀ ਇਹ ਜਾ ਸਕਦੇ ਨੇ। ਪਰ ਜਿੱਥੋਂ ਤੱਕ ਸਰਕਾਰ ਹੈ, ਜੇ ਸਰਕਾਰ ਇਹ ਮਹਿਸੂਸ ਕਰਦੀ ਹੈ ਜਾਂ ਸਰਕਾਰ ਨੂੰ ਇਹ ਭੁਲੇਖਾ ਹੈ ਕਿ ਜਿੰਨਾ ਇਹ ਬੈਠੇ ਰਹਿਣਗੇ ਸਾਨੂੰ ਉਹਨਾਂ ਫਾਇਦਾ ਹੋਈ ਜਾਂਦਾ ਹੈ ਤੇ ਸਰਕਾਰ ਮੰਨੇਗੀ ਕਿਉਂ? ਫਿਰ ਇਲੈਕਸ਼ਨ ਤੱਕ ਵੀ ਨਹੀਂ ਮੰਨੇਗੀ, ਉਹ ਤਾਂ ਇਲੈਕਸ਼ਨ 'ਚ ਫਾਇਦਾ ਲੈਣਾ ਚਾਹੀਦਾ। ਤੁਹਾਨੂੰ ਲੱਗਦਾ ਹੈ ਕਿ ਹੁਣ ਜਿਹੜਾ ਅੰਤਰਰਾਸ਼ਟਰੀ ਪੱਧਰ ਤੇ ਦਬਾਅ ਪੈ ਸਕਦਾ ਸਰਕਾਰ ਦੇ ਉੱਪਰ? ਕੋਈ ਸਰਕਾਰ ਦੇ ਉੱਤੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਵੇਖੋ ਇਸ ਮਾਮਲੇ 'ਚ ਨਹੀਂ ਪੁੱਛਦਾ ਕਿੰਨੀ ਕਤਲਾਮ ਕਿੰਨਿਆਂ ਦੇਸ਼ਾਂ ਦੇ ਵਿੱਚ ਹੋ ਰਹੀ ਹੈ, ਅਰਬਾਂ ਦੇ ਵਿੱਚ ਵੀ ਹੋ ਰਹੀ ਹੈ, ਕਿਵੇਂ ਜੰਗ ਜਦ ਹੋ ਰਹੇ ਨੇ। ਕਦੇ ਉਹ ਸਿਰਫ ਐਵੇਂ ਬਿਆਨ ਆਉਂਦੇ ਨੇ, ਕਦੇ ਯੂਨਾਈਟਿਡ ਨੇਸ਼ਨ ਨੇ, ਕਦੇ ਸਿਕਿਉਰਿਟੀ ਕਾਉਂਸਲ ਨੇ ਕਦੇ ਕੋਈ ਦਖਲ ਨਹੀਂ ਦਿੱਤਾ। ਪਰ ਕੈਨੇਡਾ ਦੇ ਜਿਹੜੇ ਪ੍ਰਧਾਨ ਮੰਤਰੀ ਉਹ ਬਿਆਨ ਦਿੰਦੇ ਨੇ, ਇੰਗਲੈਂਡ ਚੋਂ ਕਾਫੀ MP ਨੇ ਬਿਆਨ ਦਿੱਤੇ, ਆਸਟ੍ਰੇਲੀਆ 'ਚੋਂ ਬਿਆਨ ਆ ਗਏ, ਹੋਰ ਵੀ ਜਿੰਨੇ ਵੀ ਦੂਤਾਵਾਸ ਨੇ ਵੱਖ-ਵੱਖ ਮੁਲਕਾਂ ਦੇ ਵਿੱਚ ਭਾਰਤੀ ਦੂਤਾਵਾਸ, ਉਹਨਾਂ ਦੇ ਅੱਗੇ ਪ੍ਰਦਰਸ਼ਨ ਹੋ ਰਹੇ ਨੇ। ਕਿਤੇ ਨਾ ਕਿਤੇ ਹੋ ਸਕਦਾ ਕੋਈ, ਤੁਹਾਨੂੰ ਲੱਗਦਾ ਹੈ ਤੁਹਾਡਾ ਸਿਆਸੀ ਤਜਰਬਾ? ਹਾਂ ਵੇਖੋ, ਮੈਂ ਤਾਂ ਇਹ ਮਹਿਸੂਸ ਕਰਦਾ ਹਾਂ ਕਿ ਇਸ ਲੜਾਈ ਦਾ ਪੰਜਾਬ ਦੇ ਵਿਕਾਸ ਦੇ ਉੱਤੇ ਬਹੁਤ ਬੁਰਾ ਅਸਰ ਪਿਆ। ਮਿਸਾਲ ਦੇ ਤੌਰ ਦੇ ਉੱਤੇ ਬਾਦਲ ਸਾਹਿਬ ਹੈ, ਉਹਨਾਂ ਨੇ ਪੰਜਾਬ ਨੂੰ ਬਹੁਤ ਲੁੱਟਿਆ। ਕੈਪਟਨ ਸਾਹਿਬ ਹੈ, ਇਹਨਾਂ ਦੀ ਬਾਦਲ ਸਾਹਿਬ ਨਾਲ ਸਹਿਮਤੀ ਕਰਕੇ ਇਹਨਾਂ ਨੂੰ ਆਪਾਂ ਬਰੀ ਨਹੀਂ ਕਰ ਸਕਦੇ ਕਿ ਇਹਨਾਂ ਨੇ ਨਹੀਂ ਲੁੱਟਿਆ, ਇਹ ਵੀ ਉਹਦੇ ਨਾਲ ਭਾਈਵਾਲ ਨੇ। ਪਰ ਜਿੱਥੋਂ ਤੱਕ ਮਾਮਲਾ, ਮੈਂ ਤਾਂ ਸੋਚਦਾ ਸੀ ਕਿ ਜੇ ਕੋਈ ਚੰਗੀ ਸਰਕਾਰ ਆ ਜਾਏ ਤੇ ਯੂਰੇਨੀਅਮ ਸਭ ਤੋਂ ਵੱਧ ਪੈਦਾ ਕੈਨੇਡਾ 'ਚ ਹੁੰਦਾ ਹੈ ਤੇ ਕੈਨੇਡਾ 'ਚ ਸਿੱਖਾਂ ਦਾ ਪ੍ਰਭਾਵ ਹੈ, ਸਿੱਖ ਮਿਨਿਸਟਰ ਨੇ, ਸਿੱਖ ਪਾਰਲੀਮੈਂਟ ਦੇ ਮੈਂਬਰ ਨੇ ਔਰ ਪ੍ਰੀਮੀਅਰ ਦੀ ਸਪੋਰਟ ਵੀ ਕਰਦੇ ਨੇ। ਤੇ ਅਸੀਂ ਉੱਥੋਂ ਐਵੇਂ ਆ ਮੂੰਹ ਸਪੋਰਟ ਲੈ ਕੇ ਸਾਰੇ ਪੰਜਾਬ ਦੇ ਵਿੱਚ ਬਿਜਲੀ ਕਰ ਦਿਆਂਗੇ। ਕਿੱਥੇ ਸਾਨੂੰ 2 ਘੰਟੇ ਕਿਸਾਨ ਨੂੰ ਬਿਜਲੀ ਮਿਲਦੀ ਹੈ, ਕਿੱਥੇ ਪੂਰੀ ਬਿਜਲੀ 1 ਰੁਪਏ ਜਾਂ 50 ਪੈਸੇ ਇਹ ਸਾਰੇ ਕਿਸਾਨ ਨੂੰ ਮਿਲੇਗੀ, ਦੁਕਾਨ ਨੂੰ ਮਿਲੇਗੀ, ਬਿਜ਼ਨਸਮੈਨ ਨੂੰ ਮਿਲੇਗੀ। ਦੂਜਾ ਇਹ ਹੈ ਕਿ ਭਾਖੜਾ ਦੇ ਵਿੱਚ ਹੈਵੀ ਵਾਟਰ ਪੈਦਾ ਹੁੰਦਾ ਸੀ, ਜਿਹੜਾ ਕਿ ਇੱਕ ਦੋਸਤ ਨੇ ਗੱਲ ਚਲਾਈ ਸੀ। ਹੈਵੀ ਵਾਟਰ ਉਹ ਸਾਰੇ ਦਾ ਸਾਰਾ ਰਸ਼ੀਆ ਨੂੰ ਜਾ ਰਿਹਾ ਸੀ। ਮੈਂ ਪੰਜਾਬ ਵਿਧਾਨ ਸਭਾ ਦੇ ਵਿੱਚ ਆਇਆ ਕਿ ਰਸ਼ੀਆ ਸਾਡਾ ਦੋਸਤ, ਮਈ ਡੇ ਦੇ ਉੱਤੇ ਗੱਲ ਸੀ। ਮੈਂ ਆਖਿਆ ਵੀ ਇਹ ਮਈ ਡੇ ਹੈ ਜਿਹੜਾ ਆਜ਼ਾਦੀ ਦਾ ਦਿਨ ਹੈ, ਪਰ ਅਸੀਂ ਤਾਂ ਰਸ਼ੀਆ ਦੇ ਗੁਲਾਮ ਹੈ। ਇੰਗਲੈਂਡ ਤੋਂ ਆਜ਼ਾਦ ਹੋ ਗਏ, ਰਸ਼ੀਆ ਦੇ ਗੁਲਾਮ ਹੋ ਗਏ। ਜਦੋਂ ਇਹ ਰੌਲਾ ਪਿਆ, ਕਾਮਰੇਡ ਦਰਸ਼ਨ ਸਿੰਘ, ਸਤਪਾਲ ਵਗੈਰਾ ਜ਼ੋਰ ਦੇਣ ਲੱਗੇ ਤੇ ਉਦੋਂ ਫਿਰ ਮੈਨੂੰ ਦੱਸਣਾ ਪਿਆ ਕਿ ਬਹੁਤ ਹੋਰ ਜਿਹੜੇ ਮਾਮਲੇ ਉਹ ਤਾਂ ਆਪਾਂ ਜ਼ਿਕਰ ਨਹੀਂ ਕਰਦੇ ਕਿ ਪੰਜਾਬ ਤਾਂ ਆਪਣੇ ਕੋਲੇ ਹੈ, ਭਾਖੜਾ ਆਪਣੇ ਕੋਲੇ ਹੈ, ਇੱਥੇ ਹੈਵੀ ਵਾਟਰ ਬਣਦਾ ਹੈ।
ਯੂਰੇਨੀਅਮ ਦੇ ਬਰਾਬਰ ਉਹਦੀ ਸ਼ਕਤੀ ਹੁੰਦੀ ਹੈ ਤੇ ਜੇ ਉਹ ਬਿਜਲੀ ਦੇ ਵਾਸਤੇ ਵਰਤਿਆ ਜਾਂਦਾ ਹੈ ਤੇ ਉਹ ਮੇਰਾ ਖਿਆਲ ਹੈ ਵੀ ਸਾਨੂੰ 10 ਪੈਸੇ ਬਿਜਲੀ ਯੂਨਿਟ ਮਿਲ ਸਕਦਾ ਤੇ ਪਰ ਉਹ ਸਾਰੇ ਦਾ ਸਾਰਾ ਰਸ਼ੀਆ ਨੂੰ ਦੇ ਰਿਹਾ। ਪਰ ਇੱਕ ਗੱਲ ਹੋਰ ਆ ਜਲਾਲ ਸਾਹਿਬ, ਭਾਖੜਾ ਦੀ ਸਾਰੀ ਬੱਤੀ ਤਾਂ ਦਿੱਲੀ ਖਾਈ ਜਾਂਦੀ, ਉਹ ਦਿੱਲੀ 'ਚ ਚਾਨਣ ਹੁੰਦਾ ਉਹਨਾਂ, ਉਹਦੇ ਵਿੱਚ ਵੀ ਸਾਡੇ ਪੰਜਾਬ ਦਾ ਨੁਕਸਾਨ ਹੈ। ਬਾਦਲ ਸਾਹਿਬ ਵੀ ਸਦਾ ਕੇਂਦਰ ਵਾਸਤੇ ਅਬਲਾਈਜ ਰਹੇ ਔਰ ਕੈਪਟਨ ਸਾਹਿਬ ਵੀ ਰਹੇ, ਦੋ ਹੀ ਸਰਕਾਰਾਂ ਆਪਾਂ ਹੁਣ ਅਕਾਲੀ ਦਲ ਤਾਂ ਲਗਾਤਾਰ ਮੰਗ ਕਰ ਰਿਹਾ ਕਿ ਜਿਹੜੀਆਂ ਸੂਬਿਆਂ ਦੀਆਂ ਤਾਕਤਾਂ ਖੋ ਰਿਹਾ ਵਾ ਕੇਂਦਰ, ਸੂਬਿਆਂ ਦੀਆਂ ਤਾਕਤਾਂ, ਸੂਬਿਆਂ ਨੂੰ ਜ਼ਿਆਦੀਆਂ ਤਾਕਤਾਂ ਮਿਲਣੀਆਂ ਚਾਹੀਦੀਆਂ। ਚਲੋ ਇੱਕ ਚੀਜ਼ ਹੈ, ਕਈ ਚੀਜ਼ਾਂ ਤਾਂ ਆਪਣੀਆਂ ਹੋ ਜਾਂਦੀਆਂ ਜਿਹੜੀਆਂ ਆਪਣੇ ਕੋਲ ਅਥੈਂਟਿਕ ਸੋਰਸ ਹੁੰਦਾ ਹੈ, ਕਈ ਚੀਜ਼ਾਂ ਆਪਣੀਆਂ ਹੁੰਦੀਆਂ ਜਿਹੜੀਆਂ ਕਿ ਆਪਣੀ ਪ੍ਰਜੰਪਸ਼ਨ ਹੁੰਦੀ ਹੈ। ਉਸ ਨੂੰ ਪ੍ਰਜੰਪਸ਼ਨ ਤੋਂ ਬਾਅਦ ਜਦੋਂ ਆਪਾਂ ਉਹਦੀ ਪੜਤਾਲ ਕਰਦੇ ਹਾਂ ਤੇ ਫਿਰ ਉਹ ਪ੍ਰਜੰਪਸ਼ਨ ਨਹੀਂ ਰਹਿੰਦੀ, ਉਹ ਕਨਸੈਪਸ਼ਨ ਬਣ ਜਾਂਦੀ ਹੈ। ਮੇਰੀ ਕਨਸੈਪਸ਼ਨ ਤਾਂ ਇਹ ਹੈ ਕਿ ਇਹ ਬਾਦਲਾਂ ਨੇ ਰਿਜ਼ਾਈਨ ਕੋਈ ਨਹੀਂ ਦਿੱਤਾ, ਇਹਨਾਂ ਨੂੰ ਗਿਣੀ ਮਿਥੀ ਬਿਆਨ ਦੇ ਨਾਲ ਜਾਣ ਕੇ ਇਹਨਾਂ ਤੋਂ ਅਸਤੀਫਾ ਲਿਆ ਗਿਆ ਔਰ ਇਹ ਵਿਸ਼ਵਾਸ ਦਵਾ ਕੇ ਲਿਆ ਗਿਆ ਕਿ ਜੇ ਤੁਸੀਂ ਮਿਸਾਲ ਦੇ ਤੌਰ ਤੇ ਸਾਡੇ ਨਾਲ ਲਟਕੇ ਰਹਿੰਦੇ ਹੋ ਤੇ ਤੁਸੀਂ ਪੰਜਾਬ ਦੇ ਵਿੱਚ ਜ਼ੀਰੋ ਹੋ ਜਾਓਗੇ। ਇਸ ਕਰਕੇ ਤੁਸੀਂ ਪੰਜਾਬ ਦੇ ਵਿੱਚ ਜਾ ਕੇ ਕਹਿ ਰਹੇ ਅੱਲਾ ਅੱਲਾ ਕਰੋ, ਉਦੋਂ ਬਾਅਦ ਸਮਾਂ ਆਊਗਾ ਤੇ ਕੋਈ ਗੱਲ ਨਹੀਂ, ਫਿਰ ਸਾਡੇ ਹੋ ਤੁਸੀਂ, ਸਾਡੇ ਨਾਲ ਫਿਰ ਵੀ ਆ ਸਕਦਾ। ਇਸ ਕਰਕੇ ਉਹ ਬਾਦਲਾਂ ਦੇ ਅਸਤੀਫੇ ਨੂੰ ਅਸਤੀਫਾ ਨਹੀਂ ਮੰਨਣਾ ਚਾਹੀਦਾ, ਉਹ ਗੇਮ ਹੈ, ਪਲੈਨਿੰਗ ਹੈ। ਆਖਰੀ ਸਵਾਲ, ਕਈ ਕਹਿ ਰਹੇ ਆ ਵੱਖਵਾਦੀ ਅੰਦੋਲਨ ਆ, ਕਈ ਕਹਿ ਰਹੇ ਆ ਖਾਲਿਸਤਾਨੀ ਇਹਦੇ ਵਿੱਚ ਆ ਗਏ, ਔਰ ਮੰਗ ਇਹ ਵੀ ਉੱਠ ਰਹੀ ਹੈ ਕਿ ਹੁਣ ਪੰਜਾਬ ਹਰਿਆਣਾ ਨੂੰ ਇਕੱਠੇ ਹੋਣਾ ਚਾਹੀਦਾ ਮੁੜ ਤੋਂ। ਇਹ ਸਭ ਕੁਝ ਸੰਭਵ ਹੈ ਵਾ, ਪੰਜਾਬ ਹਰਿਆਣਾ ਇਕੱਠੇ ਹੋਣ ਦਾ ਸੰਭਵ ਲੱਗਦਾ ਤੁਹਾਨੂੰ ਹੋ ਸਕਦਾ, ਤੇ ਇਸ ਅੰਦੋਲਨ ਨੂੰ ਜਿਹੜਾ ਵੱਖਵਾਦੀ ਖਾਲਿਸਤਾਨੀ ਕਿਹਾ ਜਾ ਰਿਹਾ ਉਹਦੇ ਬਾਰੇ ਕੀ ਕਹਿਣਾ ਚਾਹੋ? ਵੇਖੋ ਜੀ, ਇਹਦੇ 'ਚ ਦੋ ਪੱਖ ਨੇ ਤੁਹਾਡੇ। ਜਿੱਥੋਂ ਤੱਕ ਮੇਰਾ ਹੈ, ਮੈਂ ਨਾ ਤਾਂ ਮਤਲਬ ਕੱਟੜ ਹੈ ਤੇ ਨਾ ਹੀ ਮੈਂ ਕੱਟੜਤਾ ਦਾ ਵਿਰੋਧੀ ਹਾਂ, ਪਰ ਜਿੱਥੋਂ ਤੱਕ ਇਹ ਬਿਲਕੁਲ ਗਲਤ ਗੱਲ ਹੈ ਕਿ ਇਹਦੇ ਵਿੱਚ ਕੋਈ ਨਕਸਲਿਜ਼ਮ ਹੈ। ਨਕਸਲਿਜ਼ਮ ਕਿਸੇ ਟਾਈਮ ਸੀ, ਜੇ ਆਪਾਂ ਕਹਿ ਸਕਦੇ ਹਾਂ, ਉਹ ਵੀ ਅਸਲੀ ਨਹੀਂ ਸੀ। ਐਵੇਂ ਉਹ ਪ੍ਰਕਾਸ਼ ਸਿੰਘ ਬਾਦਲ ਨੇ ਔਰ ਬਾਬਾ ਬੂਝਾ ਸਿੰਘ ਵਰਗੇ ਜਿਹੜੇ ਗਦਰੀ ਸੀ, ਉਹਨਾਂ 30-32 ਗਦਰਾਂ ਨੂੰ ਝੂਠੇ ਮੁਕਾਬਲਿਆਂ ਦੇ ਵਿੱਚ ਮਾਰ ਦਿੱਤਾ ਤੇ ਉੱਥੇ ਪੰਜਾਬ ਦੇ ਵਿੱਚ ਨਕਸਲਿਜ਼ਮ ਕਹਿੰਦੇ ਆ, ਗੱਲ ਉਦੋਂ ਵੀ ਕੋਈ ਨਹੀਂ ਸੀ। ਤੇ ਨਾ ਹੀ ਇੱਥੇ ਖਾਲਿਸਤਾਨ ਦੀ ਗੱਲ ਹੈ। ਖਾਲਿਸਤਾਨ ਦੀ ਗੱਲ ਤੁਸੀਂ ਮੈਥੋਂ ਕਿਉਂ ਪੁੱਛਦੇ ਹੋ? ਖਾਲਿਸਤਾਨ ਵਾਲਿਆਂ ਦਾ ਹੁਣ ਰੈਫਰੈਂਡਮ ਚੱਲ ਰਿਹਾ ਤੇ ਰੈਫਰੈਂਡਮ ਦੀ ਗੱਲ ਹੀ ਕਿਤੇ ਨਹੀਂ। ਦੱਸੋ ਕਿਤੇ ਕੋਈ ਰੈਫਰੈਂਡਮ ਨੂੰ ਵੋਟ ਪਾ ਰਿਹਾ? ਨੈਸ਼ਨਲ ਮੀਡੀਆ ਲਗਾਤਾਰ ਛਾਲ ਦੇ ਰਿਹਾ ਨਾ ਇਸ ਨੂੰ। ਬਿਲਕੁਲ ਨਾ ਖਾਲਿਸਤਾਨ ਦੀ ਗੱਲ ਹੈ, ਨਾ ਨਕਸਲਿਜ਼ਮ ਦੀ ਗੱਲ ਹੈ, ਇਹ ਕਿਸਾਨਾਂ ਦੀ ਗੱਲ ਹੈ ਰੋਜ਼। ਤੇ ਜੇ ਸਰਕਾਰ ਕਹੀ ਜਾਂਦੀ ਹੈ, ਉਹ ਆਪਦੀ ਪੋਲੀਟੀਕਲ ਰਾਜਨੀਤੀ ਦੇ ਮੁਤਾਬਕ ਕਹੀ ਜਾਂਦੀ ਹੈ। ਉਹਨਾਂ ਨੂੰ ਲੋੜ ਹੈ ਇਸ ਗੱਲ, ਉਹ ਸਮਝਦੇ ਨੇ ਕਿ ਸ਼ਾਇਦ ਸਾਨੂੰ ਫਾਇਦਾ ਹੋਵੇ, ਇਸ ਕਰਕੇ ਸਰਕਾਰ ਨਹੀਂ ਕਹਿੰਦੀ। ਮੈਂ ਮਹਿਸੂਸ ਕਰਦਾ ਕਿ ਸਰਕਾਰ ਦਾ ਜ਼ਿੰਮੇਵਾਰ ਕਿਸੇ ਬੰਦੇ ਨੇ ਨਹੀਂ ਕਹੀ ਕਿ ਜਿਹੜੇ ਥੋੜੇ ਜਿਹੇ ਸਹਾਇਕ ਹੁੰਦੇ ਨੇ, ਜਿਨ੍ਹਾਂ ਦੀ ਆਪਣੀ ਉਨੀ ਇੱਕ ਲਿਮਟਡ ਜੀ ਸੋਚ ਹੁੰਦੀ ਹੈ ਕਿ ਆਪਾਂ ਕੋਈ ਦੋਸ਼ ਲਾਈਏ, ਬਸ ਇਹ ਉਹਨਾਂ ਦਾ ਖਿਆਲ ਹੈ। ਇੱਕ ਹੋਰ ਸਵਾਲ ਮੇਰਾ ਤੁਹਾਨੂੰ ਕਿ ਇਸ ਅੰਦੋਲਨ ਤੋਂ ਬਾਅਦ ਹੁਣ 2022 ਚ ਜਦੋਂ ਪੰਜਾਬ 'ਚ ਵਿਧਾਨ ਸਭਾ ਚੋਣਾਂ ਹੋਣੀਆਂ, ਉਤੋਂ ਲੱਗਦਾ ਕਿ ਤੁਹਾਨੂੰ ਉੱਥੇ ਕੁਝ ਬਦਲਣ ਵਾਲਾ, ਕਿਉਂਕਿ ਇਸ ਵੇਲੇ ਦੋ ਧਿਰਾਂ ਦੇ ਆਲੇ ਦੁਆਲੇ ਘੁੰਮਦੀ ਪਈ ਹੈ ਸਿਆਸਤ ਪੰਜਾਬ ਦੀ। ਚਾਹੇ ਆਮ ਆਦਮੀ ਪਾਰਟੀ ਨੇ ਕਾਫੀ ਵਿਧਾਇਕ ਬਣਾ ਲਏ ਆਪਣੇ ਪੰਜਾਬ ਦੇ, ਪਰ ਉਸ ਤੋਂ ਬਾਅਦ ਉਹਦਾ ਗ੍ਰਾਫ ਡਿੱਗਿਆ ਤੇ ਕੋਈ ਚੌਥੀ ਧਿਰ ਨਹੀਂ ਹੈਗੀ, ਤੀਜੀ ਧਿਰ ਹੈਗੀ, ਉਤੋਂ ਮਜ਼ਬੂਤੀ ਹੈ ਨਹੀਂ। ਕਦੇ 10 ਦੇ ਲਾਗੇ ਛਾਗੇ ਆਜ਼ਾਦ ਵਿਧਾਇਕ ਹੁੰਦੇ ਸੀ ਪੰਜਾਬ ਦੇ ਵਿੱਚ, ਤੁਸੀਂ ਵੀ ਆਜ਼ਾਦ ਵਿਧਾਇਕ ਜਿੱਤੇ, ਪਰ ਇਸ ਵੇਲੇ ਕੋਈ ਆਜ਼ਾਦ ਵਿਧਾਇਕ ਵੀ ਹੈ ਨਹੀਂ। ਕਿਉਂ ਦੋ ਪਾਰਟੀਆਂ ਦੇ ਏੜ ਗੇੜ ਘੁੰਮਦੀ ਹੈ? ਲੱਗਦਾ ਕਿ ਹੁਣ ਕੁਝ ਵੱਖਰਾ ਹੋਣ ਵਾਲਾ 2022 ਚ? ਨਹੀਂ, ਜਦੋਂ ਮੈਂ ਆਜ਼ਾਦ ਜਿੱਤਿਆ ਸਾਨਾ ਜੀ, ਉਦੋਂ ਮੈਂ ਵੀ ਆਜ਼ਾਦ ਨਹੀਂ ਸੀ ਜਿੱਤਿਆ। ਮੇਰਾ ਵੀ ਜਿਹੜਾ ਆਧਾਰ ਸੀ ਕਮਿਊਨਿਜ਼ਮ ਦਾ ਵਿਰੋਧ ਕਰਨਾ ਸੀ। ਗਿਆਨੀ ਜੈਲ ਸਿੰਘ, ਉਹਦਾ ਕੁੜਮ ਸੀ ਮਾਸਟਰ ਬਾਬੂ ਸਿੰਘ, ਕਾਂਗਰਸ ਤੇ ਕਮਿਊਨਿਸਟ ਇਕੱਠੇ ਹੋ ਕੇ ਲੜਦੇ ਸੀ। ਮੈਂ ਕਮਿਊਨਿਜ਼ਮ ਦਾ ਸਖਤ ਵਿਰੋਧੀ ਹਾਂ, ਕਿਉਂਕਿ ਉਹਨਾਂ ਦਾ ਨਾ ਕੋਈ ਕੰਸਟੀਟਿਊਸ਼ਨ, ਨਾ ਕੰਸਟੀਟਿਊਸ਼ਨ, ਨਾ ਟੱਬਰ ਕਿਤੇ, ਦੂਜਾ ਹਸਬੈਂਡ ਕਿਤੇ, ਕੋਈ ਜ਼ਮੀਨ ਨਹੀਂ, ਕੋਈ ਘਰ ਨਹੀਂ, ਬਾਲ ਨਹੀਂ, ਬੱਚਾ ਨਹੀਂ, ਜਿਹਦੀ ਫੈਮਿਲੀ ਲਾਈਫ ਹੀ ਨਹੀਂ, ਉਹ ਦੇਸ਼ ਜੇਲ੍ਹ ਹੈ, ਉਹ ਦੇਸ਼ ਕਾਹਦਾ ਹੈ? ਇਸ ਕਰਕੇ ਮੈਂ ਵਿਰੋਧ ਕਰਦਾ ਸਾਂ। ਲੋਕਾਂ ਨੂੰ ਉਹ ਚੰਗਾ ਲੱਗਿਆ, ਉਹਨਾਂ ਨੇ ਮੈਨੂੰ 50,000 ਵੋਟ 3 ਕੋਣੀ ਲੜਾਈ 6,500 ਦੇ ਉੱਤੇ ਜਿਤਾਤਾ। ਪਰ ਜਿੱਥੋਂ ਤੱਕ ਅੱਜ ਦੀ ਗੱਲ ਕਰਦੇ ਹੋ ਤੁਸੀਂ, ਇਹ ਹੁਣ ਤਿੰਨਾਂ ਧਿਰਾਂ ਦੀ ਗੱਲ ਨਹੀਂ ਰਹੀ। ਤੁਸੀਂ ਤਾਂ ਕਹਿ ਰਹੇ ਹੋ ਕਿ ਸ਼ਾਇਦ ਹੋ ਜਾਏ, ਸ਼ਾਇਦ ਨਹੀਂ, ਚੌਥੀ ਧਿਰ ਹੋ ਚੁੱਕੀ ਹੈ। ਪਰ ਉਹ ਚੌਥੀ ਧਿਰ ਦੇ ਵਿੱਚ ਇੱਕ ਜਿਹੜੀ ਪ੍ਰੋਬਲਮ ਆਉਣੀ ਹੈ, ਔਰ ਉਹਦੇ ਵਿੱਚ ਪ੍ਰੋਬਲਮ ਇਹ ਹੈ ਜਲਾਲ ਸਾਹਿਬ, ਉਹ ਮੌਸਮੀ ਗੱਠਜੋੜ ਬਣਦੇ ਨੇ। ਇਲੈਕਸ਼ਨਾਂ ਦੇ ਲਾਗੇ ਜਿਹੜੇ ਬਣ ਜਾਂਦੇ, ਜਦੋਂ ਚੋਣਾਂ ਦਾ ਮੌਸਮ ਚੱਲ ਗਿਆ, ਫਿਰ ਉਹ ਖੇੜੂ ਹੋ ਜਾਂਦੇ ਆ। ਵੇਖੋ, ਇਹ ਤਾਂ ਜਿਹੜੇ ਇਸ ਵੇਲੇ ਚੌਥੀ ਧਿਰ ਨੇ ਜਿਹਦੇ ਨਾਲ ਸਾਰਾ ਪੰਜਾਬ ਲੱਗਿਆ ਹੋਇਆ ਹੈ, ਇਹ ਕਿਸਾਨ ਯੂਨੀਅਨ ਹੈ। ਤੇ ਕਿਸਾਨ ਯੂਨੀਅਨ ਦੇ ਆਪ ਦੀ ਤੁਸੀਂ ਕੌਨਸ਼ੀਅਸ ਕਹਿ ਲਓ, ਮੈਂਟੈਲਿਟੀ ਕਹਿ ਲਓ, ਇਮਾਨਦਾਰੀ ਕਹਿ ਲਓ, ਲਾਲਚ ਕਹਿ ਲਓ, ਇਹ ਤਾਂ ਇਹਨਾਂ ਤੇ ਪਤਾ ਲੱਗਣਾ ਹੈ ਕਿ ਇਹ ਇਕੱਠੇ ਰਹਿੰਦੇ ਨੇ, ਇਕੱਠੇ ਰਹਿ ਕੇ ਸਰਕਾਰ ਬਣਾਉਂਦੇ ਨੇ। ਇਹਨਾਂ ਦੇ ਕੀ ਸੁਧਾਰ ਨੇ, ਕੀ ਇਹ ਕਰਨਾ ਚਾਹੁੰਦੇ ਨੇ। ਅਜੇ ਤੱਕ ਤਾਂ ਇਹਨਾਂ ਨੇ ਆਪਣੀ ਭਾਵੇਂ ਇਸ ਵੇਲੇ ਲੜਾਈ
ਲੜਾਈ ਵਿੱਚ ਇਕੱਠੇ ਨੇ, ਪਰ ਕੋਈ ਸੋਲੀਡਿਟੀ ਦਾ ਸਬੂਤ ਨਹੀਂ ਦਿੱਤਾ, ਕੋਈ ਮੈਨੀਫੈਸਟੋ ਨਹੀਂ ਪਰ ਦਿੱਤਾ। ਜਲਾਲ ਸਾਹਿਬ ਵਿੱਚ ਸਵਾਲ ਇਹ ਉੱਠ ਜਾ ਕਿ ਜੇ ਆਪਾਂ ਜਿਹੜੇ ਇੱਥੇ ਲੋਕ ਬੈਠੇ ਨੇ ਇਹਨਾਂ ਨੂੰ ਕਿਸਾਨ ਯੂਨੀਅਨ ਦੀ ਤਾਕਤ ਮੰਨ ਲਈਏ ਤਾਂ ਇਹਨਾਂ ਦੇ ਵਿੱਚ ਜਿਹੜੇ ਲੋਕ ਬੈਠੇ ਨੇ ਉਹਨਾਂ ਦੇ ਉੱਪਰ ਵੀ ਕਿਤੇ ਨਾ ਕਿਤੇ ਕਿਸੇ ਪਾਰਟੀ ਦਾ ਧੱਬਾ ਲੱਗਾ ਹੋਇਆ, ਚਾਹੇ ਉਹ ਕਿਸਾਨ ਦੇ ਰੂਪ ਵਿੱਚ ਇੱਥੇ ਆਏ ਹੋਏ ਨੇ, ਪਰ ਕਿਤੇ ਕੋਈ ਅਕਾਲੀ ਆ, ਕੋਈ ਕਾਂਗਰਸੀ ਆ, ਕੋਈ ਆਮ ਆਦਮੀ ਪਾਰਟੀ ਦਾ, ਕੋਈ ਕਮਿਊਨਿਸਟ ਆ, ਕੋਈ ਹੋਰ ਕਿਸੇ ਧਿਰ ਦਾ, ਉਹ ਇੱਥੇ ਆਏ ਹੋਏ ਨੇ। ਜ਼ਰੂਰ ਆ ਉਹਨਾਂ ਨੇ ਸਿਆਸਤ ਛੱਡ ਦਿੱਤੀ ਆ, ਇੱਕ ਕਿਸਾਨ ਤੌਰ ਤੇ ਸ਼ਾਮਲ ਹੋਏ ਨੇ, ਪਰ ਜਦੋਂ ਪੰਜਾਬ ਜਾਣਗੇ ਫਿਰ ਉਹਨਾਂ ਦੇ ਜਿਹੜੇ ਪਾਰਟੀਆਂ ਦਾ ਪਿਆਰ ਆ ਉਹ ਜਾਗ ਜੂਗਾ। ਦੇਖੋ ਜਿੱਥੋਂ ਤੱਕ ਤਾਂ ਪੰਜਾਬ ਦਾ ਮਾਮਲਾ ਹੈ, ਉਹਦੀ ਮੇਰੀ ਗਿਣਤੀ ਮੇਰੀ ਕੰਸੈਂਸਸ ਦੇ ਮੁਤਾਬਕ ਤਾਂ ਇਹ ਹੈ ਕਿ ਪੋਲੀਟੀਕਲ ਬੰਦੇ 10% ਤੋਂ ਵੱਧ ਨਹੀਂ, ਜ਼ਿਆਦਾ ਜਿਹੜੇ ਬਿਲਕੁਲ ਅਨਪੜ੍ਹ ਖੇਤੀ ਕਰਨ ਵਾਲੇ ਕਿਸਾਨ ਆਏ ਉਹ ਕਿਸਾਨ ਯੂਨੀਅਨ ਦੇ ਸੱਦੇ ਦੇ ਉੱਤੇ ਆਏ। ਪਰ ਇਹਦੇ ਵਿੱਚ ਮੇਰਾ ਤਾਂ ਇੱਕ ਧਾਰਨਾ ਹੈ, ਸ਼ਾਇਦ ਤੁਸੀਂ ਨਾ ਠੀਕ ਮੰਨੋ, ਕਿ ਜਿਹੜੇ ਪੰਜਾਬ ਤੋਂ ਬਾਹਰਲੇ ਸੱਜਣ ਆਏ ਨੇ ਉਹਨਾਂ ਨੇ ਕਦੇ ਕੋਈ ਕਿਸੇ ਕਿਸਮ ਦੀ ਕੋਈ ਐਜੀਟੇਸ਼ਨ ਨਹੀਂ ਸੀ ਕੀਤੀ। ਹੁਣ ਉਹਨਾਂ ਨੇ ਕਿਉਂਕਿ ਸੋਚਿਆ ਕਿ ਪੰਜਾਬ ਵਾਲੇ ਬਹਾਦਰ ਨੇ, ਪੰਜਾਬ ਵਾਲੇ ਲੜਾਕੇ ਨੇ, ਪੰਜਾਬ ਵਾਲੇ ਅੱਗੇ ਵੱਧ ਸਕਦੇ ਨੇ, ਇਸ ਕਰਕੇ ਆਪਾਂ ਇਹਨਾਂ ਨੂੰ ਹੌਸਲਾ ਦੇਈਏ ਕਿ ਇਹ ਅੱਗੇ ਵਧਣ। ਇਸ ਕਰਕੇ ਇਹਨੂੰ ਸਾਰੇ ਪੋਲੀਟੀਕਲ ਹੈ। ਜੇ ਤੁਸੀਂ ਇਸ ਦੇ ਉੱਤੇ ਇੱਕ ਮਿਸਾਲ ਮੰਗੋ ਕਿ ਜੋਗਿੰਦਰ ਜਾਫੀ ਹੈ, ਹੁਣ ਉਹ ਕੇਜਰੀਵਾਲ ਸਾਹਿਬ ਨੂੰ ਅੱਡ ਹੋ ਗਏ। ਇੱਕ ਕਿਸਮ ਨਾਲ ਜਦੋਂ ਬੰਦਾ ਇੰਨੀ ਤਾਕਤ ਵਿੱਚ ਰਹਿ ਕੇ ਤੇ ਐਨ ਮੌਕੇ ਪੀਕ ਦੇ ਉੱਤੇ ਉਹਨੂੰ ਅੱਡ ਕਰ ਦਿੱਤਾ ਜਾਏ, ਫਰਸਟ੍ਰੇਸ਼ਨ ਤਾਂ ਹੁੰਦੀ ਹੈ, ਪਰ ਆਪਣੇ ਉਹਨਾਂ ਦੀ ਕੋਈ ਫੋਲੋਇੰਗ ਨਹੀਂ, ਕੋਈ ਉਹਨਾਂ ਦੀ ਪਾਰਟੀ ਨਹੀਂ। ਉਹ ਸਿਰਫ ਇੱਕ ਪੰਜਾਬ ਦੇ ਕਿਸਾਨਾਂ ਨੂੰ ਸਪੋਰਟ ਦੇਣ ਵਾਸਤੇ ਆਏ ਨੇ। ਤਕਰੀਬਨ ਇਹੀ ਜਿੰਨੇ ਭਾਰਤ ਦੇ ਜੋ ਵੀ ਆਇਆ ਉਹ ਸਾਰਾ ਪੰਜਾਬ ਦੇ ਕਿਸਾਨਾਂ ਨੂੰ ਫੋਲੋ ਕਰਨ ਨਹੀਂ ਆਇਆ, ਇਹਨੂੰ ਹਲਾਸ਼ੇਰੀ ਦੇਣ ਵਾਸਤੇ ਆਇਆ ਕਿ ਤੁਸੀਂ ਲੜੋ, ਅਸੀਂ ਤੁਹਾਨੂੰ ਐਪਰੀਸ਼ੀਏਟ ਕਰਦੇ ਹਾਂ। ਪਰ ਜਿਹੜੀ ਪੰਜਾਬ ਦੀ ਕਿਸਾਨੀ ਹੈ ਉਹ 90% ਹੈ। ਬਹੁਤ ਬਹੁਤ ਧੰਨਵਾਦ। ਤੇ ਇਹ ਬਹੁਤ ਹੀ ਹੰਢੇ ਹੋਏ ਸਿਆਸਤਦਾਨ ਜਲਾਲ ਸਾਹਿਬ ਸੀਗੇ, ਸਾਡੇ ਨਾਲ ਗੱਲਬਾਤ ਕਰਦੇ ਪਏ, ਕਿਸਾਨੀ ਅੰਦੋਲਨ ਦੇ ਵਿੱਚ ਪਹੁੰਚੇ ਨੇ, ਚਾਹੇ ਸਾਬਕਾ ਵਿਧਾਇਕ ਨੇ ਪਰ ਇੱਕ ਕਿਸਾਨ ਦੇ ਰੂਪ ਵਿੱਚ ਪਹੁੰਚੇ ਨੇ, ਔਰ ਇਹਨਾਂ ਨੇ ਕਾਫੀ ਜਿਹੜੇ ਨੁਕਤੇ ਸਾਨੂੰ ਸਾਂਝੇ ਕੀਤੇ ਨੇ ਸਾਡੇ ਨਾਲ ਕਿ ਕਿਸ ਤਰ੍ਹਾਂ ਇਸ ਅੰਦੋਲਨ ਦੇ ਉੱਪਰ ਸਿਆਸਤ ਹੋ ਰਹੀ ਹੈ ਤੇ ਅੰਦੋਲਨ ਤੋਂ ਬਾਅਦ ਦੇਸ਼ ਦੀ ਸਿਆਸਤ ਕਿਸ ਤਰ੍ਹਾਂ ਘੁੰਮਣ ਵਾਲੀ ਹੈ, ਸੂਬੇ ਦੀ ਸਿਆਸਤ ਕਿਸ ਤਰ੍ਹਾਂ ਘੁੰਮਣ ਵਾਲੀ ਹੈ। ਕੈਮਰਾਮੈਨ ਜਸਵਿੰਦਰ ਸਿੰਘ ਮਾਲੜੀ ਦੇ ਨਾਲ ਇੰਦਰਜੀਤ ਸਿੰਘ ਚਾਲ, NRA ਮੀਡੀਆ, ਸਿੰਘੂ ਬਾਰਡਰ, ਦਿੱਲੀ।